ਅਸੀਂ ਕਹਿੰਦੇ ਆ ਕਲਯੁਗ ਦਾ ਸਮਾਂ ਆ ਗਿਆ, ਅਸੀਂ ਕਹਿੰਦੇ ਆ ਕਲਯੁਗ ਆ ਗਿਆ, ਪਰ ਕਲਯੁਗ ਆਇਆ ਨਹੀਂ, ਉਹਦੇ ਕਰਕੇ ਗੁੱਸਾ ਨਹੀਂ ਵਧਿਆ। ਅਸਲ ਵਿੱਚ ਜਦੋਂ ਸੰਸਾਰ ਦੇ ਵਿੱਚ ਮਨੁੱਖ ਦੇ ਅੰਦਰ ਗੁੱਸਾ ਵੱਧਦਾ ਹੈ, ਉਸ ਮਨੁੱਖ ਵਾਸਤੇ ਕਲਯੁਗ ਆ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਹੇ ਕਾਲ ਮੂਲ, ਹੇ ਕਲਾ ਦੇ ਮੂਲ, ਹੇ ਕਲਯੁਗ ਦੇ ਮੂਲ ਕ੍ਰੋਧ, ਜਿੱਥੇ ਤੂੰ ਹੁੰਦਾ ਏ ਉੱਥੇ ਤੂੰ ਕਦੀ ਦਇਆ ਨਹੀਂ ਪੈਦਾ ਹੋਣ ਦਿੰਦਾ। ਤੇ ਯਾਦ ਰਹੇ ਕਿ ਜਿੱਥੇ ਦਇਆ ਨਾ ਹੋਵੇ ਉੱਥੇ ਕਦੇ ਧਰਮ ਨਹੀਂ ਹੁੰਦਾ। ਦਇਆ ਤੋਂ ਬਿਨਾ ਧਰਮ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਸਾਹਿਬ ਨੇ ਦਇਆ ਨੂੰ ਧਰਮ ਦੀ ਜਨਨੀ ਆਖਿਆ, ਧੌਲ ਧਰਮ ਦਇਆ ਕਾ ਪੂਤ। ਸਰ ਕੁਤਾਵਲੀ ਦਾ ਕਰਤਾ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ। ਉਹ ਕਹਿੰਦੇ ਨੇ ਧਰਮ ਕਿੱਦਾਂ ਪੈਦਾ ਹੁੰਦਾ ਹੈ। ਉਹ ਕਹਿੰਦੇ ਨੇ ਧਰਮ ਦਾ ਬੂਟਾ ਜਿਹੜਾ ਹੈ, ਇਹ ਸੱਚ ਬੋਲਣ ਤੋਂ ਤੇ ਸੱਚਾ ਨਾਮ ਜਪਣ ਤੋਂ, ਇਹਦੇ ਨਾਲ ਇਹ ਪੈਦਾ ਹੁੰਦਾ ਹੈ। ਇਹਦੀ ਪਰਵਰਿਸ਼ ਕਰਨ ਵਾਸਤੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ? ਕਹਿੰਦੇ ਨੇ ਦਇਆ ਤੇ ਦਾਨ ਜਿਹੜਾ ਹੈ, ਇਸ ਦੇ ਨਾਲ ਧਰਮ ਵੱਧਦਾ ਹੈ। ਧਰਮ ਸਥਿਰ ਕਿੱਦਾਂ ਰਹਿੰਦਾ ਹੈ? ਕਹਿੰਦੇ ਨੇ ਧਰਮ ਖਿਮਾ ਨਾਲ ਸਥਿਰ ਰਹਿੰਦਾ ਹੈ। ਜਦੋਂ ਮਨੁੱਖ ਦੇ ਅੰਦਰ ਖਿਮਾ ਹੋਵੇਗੀ, ਧਰਮ ਸਥਿਰ ਰਹੇਗਾ। ਪਰੰਤੂ ਦੂਸਰੇ ਪਾਸੇ ਅਖੀਰ ਤੇ ਜਾ ਕੇ ਉਹ ਇਹ ਬਚਨ ਕਰਦੇ ਨੇ, ਉਹ ਕਹਿੰਦੇ ਨੇ ਅਸਲ ਵਿੱਚ ਧਰਮ ਦਾ ਬੂਟਾ ਕਿੰਨਾ ਵੀ ਵੱਡਾ ਹੋ ਜਾਏ, ਜਦੋਂ ਕ੍ਰੋਧ ਆ ਜਾਂਦਾ ਹੈ, ਗੁੱਸਾ ਆ ਜਾਂਦਾ ਹੈ, ਤੇ ਗੁੱਸੇ ਦੀ ਅੱਗ ਉਸ ਧਰਮ ਦੇ ਬੂਟੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਧਰਮ ਦੇ ਵਿੱਚ ਗੁੱਸਾ ਜਿਹੜਾ ਹੈ, ਕ੍ਰੋਧ ਜਿਹੜਾ ਹੈ, ਉਹ ਸਾਡੇ ਵਿਵੇਕ ਨੂੰ, ਸਾਡੇ ਗਿਆਨ ਨੂੰ ਨਸ਼ਟ ਕਰਦਾ ਹੈ। ਤੁਸੀਂ ਬਹੁਤ ਵਾਰੀ ਵੇਖਿਆ ਹੋਣਾ, ਅਸੀਂ ਆਪਣੇ ਜੀਵਨ ਵਿੱਚ ਵੇਖਦੇ ਹੀ ਹਾਂ ਕਿ ਜਦੋਂ ਕੋਈ ਡਰ ਦੀ ਖਬਰ ਸਾਨੂੰ ਮਿਲਦੀ ਹੈ, ਜਦੋਂ ਕੋਈ ਸੋਗ ਦੀ ਖਬਰ ਸਾਨੂੰ ਮਿਲਦੀ ਹੈ, ਜਾਂ ਅਚਨਚੇਤ ਸਾਡੇ ਮਨ ਵਿੱਚ ਗੁੱਸਾ ਆਉਂਦਾ ਹੈ, ਤੇ ਉਸ ਵੇਲੇ ਜ਼ਿਆਦਾਤਰ ਲੋਕਾਂ ਨੂੰ ਇਹ ਪ੍ਰੋਬਲਮ ਆਈ ਹੋਵੇਗੀ ਜ਼ਿੰਦਗੀ 'ਚ, ਭਈ ਯਕਦਮ ਖਬਰ ਸੁਣਦਿਆਂ ਸਾਰ ਜਾਂ ਗੁੱਸਾ ਆਉਂਦਿਆਂ ਸਾਰ ਪੇਟ ਦੀ ਖਰਾਬੀ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਖਾਧਾ ਹੋਇਆ ਭੋਜਨ ਜਿਹੜਾ ਹੈ, ਉਹ ਵੀ ਜ਼ਹਿਰ ਬਣ ਜਾਂਦਾ ਹੈ। ਕ੍ਰੋਧੀ ਮਨੁੱਖ ਨਾ ਚੰਗੀ ਤਰ੍ਹਾਂ ਭੋਜਨ ਕਰ ਸਕਦਾ ਹੈ, ਨਾ ਉਹ ਭਜਨ ਕਰ ਸਕਦਾ ਹੈ, ਨਾ ਉਹ ਚੰਗੀ ਤਰ੍ਹਾਂ ਆਰਾਮ ਕਰ ਸਕਦਾ ਹੈ। ਅੱਜ ਕੱਲ੍ਹ ਅਸੀਂ ਵੇਖਦੇ ਹਾਂ ਲੋਕਾਂ 'ਚ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਬਹੁਤ ਸਾਰੇ ਲੋਕ ਇਸ ਗੱਲ ਦੀ ਸ਼ਿਕਾਇਤ ਕਰਦੇ ਨੇ, ਜੀ ਸਾਨੂੰ ਤੇ ਨੀਂਦ ਹੀ ਨਹੀਂ ਆਉਂਦੀ, ਗੋਲੀਆਂ ਖਾ ਕੇ ਸੌਣਾ ਪੈਂਦਾ। ਉਹਦਾ ਕਾਰਨ ਕੀ ਹੈ ਕਿ ਮਨ ਅਸ਼ਾਂਤ ਹੈ, ਔਰ ਮਨ ਅਸ਼ਾਂਤ ਹੋਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ, ਉਹ ਸਾਡਾ ਕ੍ਰੋਧ ਹੈ। ਜਦੋਂ ਸਾਡੇ ਅੰਦਰ ਕ੍ਰੋਧ ਆਉਂਦਾ ਹੈ, ਸਾਡਾ ਖਾਧਾ ਪੀਤਾ ਜਿਹੜਾ ਹੈ ਉਹ ਜ਼ਹਿਰ ਹੋ ਜਾਂਦਾ ਹੈ, ਔਰ ਸਾਡੇ ਮਨ ਦੀਆਂ ਜਿਹੜੀਆਂ ਵੇਵਜ਼ ਨੇ, ਸਾਡੇ ਮਨ ਦੇ ਜਿਹੜੇ ਸੰਕਲਪ ਨੇ, ਵਿਚਾਰ ਨੇ, ਉਹ ਸਾਰੇ ਦੇ ਸਾਰੇ ਨਸ਼ਟ ਹੋ ਜਾਂਦੇ ਨੇ। ਇਹ ਅਸੀਂ ਵੇਖਦੇ ਹਾਂ। ਔਰ ਮੈਂ ਇੱਕ ਛੋਟੀ ਜਿਹੀ ਕਹਾਣੀ ਆਪ ਜੀ ਨਾਲ ਸਾਂਝੀ ਕਰ ਲਵਾਂ। ਇੱਕ ਵਿਦਵਾਨ ਨੇ ਇੱਕ ਕਥਾ ਸੁਣਾਈ। ਉਹਨਾਂ ਨੇ ਆਖਿਆ ਕਿ ਕਿਸੇ ਦੇਸ਼ ਵਿੱਚ ਦੁੱਧ ਚੁੰਘਾਉਂਦੀ ਮਾਂ ਦਾ ਇੱਕ ਬੱਚਾ ਉਸ ਦੀ ਗੋਦ ਵਿੱਚ ਦੁੱਧ ਚੁੰਘਦਾ ਚੁੰਘਦਾ ਮਰ ਗਿਆ। ਉਹ ਡਾਕਟਰ ਕੋਲ ਗਈ ਤੇ ਉਹਨੇ ਆਖਿਆ ਬੱਚੇ ਨੂੰ ਕੋਈ ਤਕਲੀਫ ਨਹੀਂ ਹੋਈ, ਕੋਈ ਤੜਪਿਆ ਨਹੀਂ, ਕੋਈ ਦਰਦ ਨਹੀਂ ਸੀ, ਕੁਛ ਨਹੀਂ ਸੀ, ਬੜਾ ਸੋਹਣਾ ਆਰਾਮ ਨਾਲ ਦੁੱਧ ਪੀ ਰਿਹਾ ਸੀ, ਪਰ ਦੁੱਧ ਪੀਂਦਿਆਂ ਪੀਂਦਿਆਂ ਇਹਦੀ ਮੌਤ ਹੋ ਗਈ ਆ। ਉਹਦਾ ਕਾਰਨ ਕੀ ਹੈ? ਡਾਕਟਰ ਨੇ ਕਿਹਾ ਕਿ ਤੂੰ ਕੀ ਕਰ ਰਹੀ ਸੀ ਜਦੋਂ ਇਹ ਦੁੱਧ ਪੀ ਰਿਹਾ ਸੀ ਤੇਰਾ? ਤੇ ਉਹਨੇ ਆਖਿਆ ਮੇਰਾ ਔਰ ਮੇਰੇ ਪਤੀ ਦਾ ਝਗੜਾ ਹੋ ਰਿਹਾ ਸੀ। ਇਹ ਬੱਚਾ ਜਿਹੜਾ ਸੀ ਇਹ ਉਦਾਸ ਅਵਸਥਾ 'ਚ ਪਹਿਲਾਂ ਬੈਠਾ ਸੀ, ਵੇਖ ਰਿਹਾ ਸੀ ਸਾਡੇ ਵੱਲ, ਫਿਰ ਰੋਣ ਲੱਗ ਪਿਆ। ਜਦੋਂ ਇਹ ਬੱਚਾ ਸਾਨੂੰ ਉੱਚੀ ਉੱਚੀ ਬੋਲਦਿਆਂ ਸੁਣ ਕੇ ਰੋਣ ਲੱਗਿਆ, ਤੇ ਮੈਂ ਇਹਨੂੰ ਮੋਹ ਦੀ ਮਾਰੀ ਨੇ ਆਪਣੀ ਗੋਦ ਵਿੱਚ ਪਾ ਲਿਆ ਔਰ ਆਪਣਾ ਦੁੱਧ ਜਿਹੜਾ ਸੀ ਉਹ ਚੁੰਘਾਉਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ ਲੱਗਿਆ, ਸਮਝ ਨਹੀਂ ਲੱਗੀ ਕਿ ਅਸੀਂ ਤਾਂ ਬੋਲਦੇ ਰਹੇ, ਪਰ ਇਹ ਬੱਚਾ ਜਿਹੜਾ ਸੀ ਥੋੜੇ ਸਮੇਂ ਦੇ ਵਿੱਚ ਹੀ ਚੜ੍ਹਾਈ ਕਰ ਗਿਆ। ਉਦੋਂ ਹੀ ਪਤਾ ਲੱਗਿਆ ਜਦੋਂ ਇਹ ਬੱਚਾ ਮੁਰਦਾ ਹੋ ਚੁੱਕਿਆ ਸੀ। ਮੈਂ ਇਹ ਪਤਾ ਕਰਨਾ ਚਾਹੁੰਦੀ ਹਾਂ ਕਿ ਇਹਨੂੰ ਹੋਇਆ ਕੀ ਹੈ।
ਡਾਕਟਰ ਨੇ ਕਿਹਾ ਅਸਲ ਵਿੱਚ ਗੱਲ ਇਹ ਸੀ ਕਿ ਤੇਰੇ ਛਾਤੀ ਵਿੱਚ ਆਉਣ ਵਾਲਾ ਦੁੱਧ ਤੇਰੇ ਅੰਦਰ ਦੇ ਜ਼ਹਿਰ ਸਦਕਾ, ਜਿਹੜਾ ਤੇਰੇ ਦਿਮਾਗ ਵਿੱਚ ਕ੍ਰੋਧ ਆਇਆ ਸੀ, ਉਹ ਕ੍ਰੋਧ ਜਿਹੜਾ ਸੀ ਉਹਦੇ ਕਰਕੇ ਇਸ ਬੱਚੇ ਦੇ ਅੰਦਰ ਜਾਣ ਵਾਲਾ ਦੁੱਧ ਜਿਹੜਾ ਸੀ ਉਹ ਜ਼ਹਿਰ ਬਣ ਗਿਆ। ਤੇ ਉਹ ਜ਼ਹਿਰ ਜਿਹੜਾ ਸੀ ਉਸਨੇ ਤਤਸ਼ਿਨ ਇਸ ਕੋਮਲ ਹਿਰਦੇ ਵਾਲੇ ਬੱਚੇ ਤੇ, ਕੋਮਲ ਸਰੀਰ ਵਾਲੇ ਬੱਚੇ ਤੇ ਅਸਰ ਕੀਤਾ ਤੇ ਉਹ ਅਸਰ ਐਸਾ ਹੋ ਗਿਆ ਕਿ ਇਹ ਬੱਚਾ ਜਿਹੜਾ ਸੀ ਇਹ ਚੜ੍ਹਾਈ ਕਰ ਗਿਆ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਸਲ ਵਿੱਚ ਖਾਧਾ ਪੀਤਾ ਮਨੁੱਖ ਦਾ ਜ਼ਹਿਰ ਹੋ ਜਾਂਦਾ ਹੈ, ਉਹਦਾ ਖੂਨ ਜ਼ਹਿਰ ਬਣ ਜਾਂਦਾ ਹੈ, ਉਹਦਾ ਦੁੱਧ ਜ਼ਹਿਰ ਬਣ ਜਾਂਦਾ ਹੈ ਜਦੋਂ ਉਸ ਦੇ ਅੰਦਰ ਕ੍ਰੋਧ ਦੀ ਭਾਵਨਾ, ਗੁੱਸੇ ਦੀ ਭਾਵਨਾ ਜਿਹੜੀ ਹੈ ਉਹ ਆਉਂਦੀ ਹੈ। ਇੱਕ ਹੋਰ ਗੱਲ ਮੈਂ ਕਰ ਲਵਾਂ ਕਿ ਗੁੱਸੇ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਮਨੁੱਖ ਦਾ ਗਿਆਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਮਨੁੱਖ ਦੀ ਵਿੱਦਿਆ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇੱਕ ਮਹਾਤਮਾ ਹੋਏ ਨੇ ਪੰਡਿਤ ਗੁਲਾਬ ਸਿੰਘ ਜੀ, ਉਹਨਾਂ ਨੇ ਕਈ ਗ੍ਰੰਥ ਲਿਖੇ ਨੇ, ਉਹਨਾਂ ਦੇ ਵਿੱਚੋਂ ਇੱਕ ਬੜਾ ਪ੍ਰਸਿੱਧ ਗ੍ਰੰਥ ਹੈ ਉਹਨਾਂ ਦਾ ਪ੍ਰਬੋਧ ਚੰਦਰ ਨਾਟਕ। ਪ੍ਰਬੋਧ ਚੰਦਰ ਨਾਟਕ ਵਿੱਚ ਗੁੱਸਾ ਆਪਣੇ ਵੱਲੋਂ ਇਹ ਕਹਿ ਰਿਹਾ ਹੈ, ਗੁੱਸੇ ਦੇ ਮੂੰਹ ਤੋਂ ਉਹਨਾਂ ਨੇ ਅਖਵਾਇਆ, ਉਹਨਾਂ ਵਿੱਚ ਇੱਕ ਪਾਤਰ ਬਣਾ ਕੇ ਉਹਨੂੰ, ਤੇ ਉਹਦੇ ਮੂੰਹ ਤੋਂ ਇਹ ਸ਼ਬਦ ਅਖਵਾਏ ਨੇ। ਉਹ ਕਹਿੰਦਾ ਹੈ ਗੁੱਸਾ ਕਿ ਮੈਂ ਕੀ ਕਰਦਾ, ਉਹ ਕਹਿੰਦਾ ਮੈਂ ਸਭ ਤੋਂ ਪਹਿਲਾਂ ਇਹ ਕਰਦਾ ਕਿ ਅੱਖੀਆਂ ਵਾਲਿਆਂ ਨੂੰ ਅੰਨੇ ਕਰ ਦਿੰਦਾ, ਦੂਸਰਾ ਇਹ ਕਰਦਾ ਕਿ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ, ਕੰਨ ਹੁੰਦੇ ਨੇ ਪਰ ਉਹ ਸੁਣ ਨਹੀਂ ਸਕਦੇ। ਬੜੇ ਧੀਰਜਵਾਨ ਮਨੁੱਖ ਜਿਹੜੇ ਨੇ, ਬੜੇ ਆਪਣੇ ਆਪ ਨੂੰ ਤਹਮਲ ਵਾਲੇ ਸਮਝਣ ਵਾਲੇ, ਧੀਰਜਵੰਤ ਸਮਝਣ ਵਾਲੇ ਮਨੁੱਖ ਵੀ ਆਪਣਾ ਧੀਰਜ ਗਵਾ ਦਿੰਦੇ ਨੇ, ਉਹਨਾਂ ਦਾ ਧੀਰਜ ਮੈਂ ਸਾਰਾ ਦਾ ਸਾਰਾ ਖੋਹ ਲੈਣਾ, ਅਕਲਾਂ ਵਾਲਿਆਂ ਦੀ ਅਕਲ ਮੈਂ ਖੋਹ ਲੈਣਾ, ਆਪਣੇ ਹਿੱਤ ਵਾਸਤੇ ਉਹ ਜਾਂ ਦੂਜੇ ਦੇ ਹਿੱਤ ਵਾਸਤੇ ਉਹ ਕੋਈ ਕੰਮ ਕਰ ਹੀ ਨਹੀਂ ਸਕਦੇ, ਇਸ ਤਰ੍ਹਾਂ ਦੀ ਭਾਵਨਾ ਬਣ ਜਾਂਦੀ ਹੈ ਉਹਨਾਂ ਮਨੁੱਖਾਂ ਦੀ। ਤੇ ਫਿਰ ਉਹ ਨਾਲ ਇਹ ਗੱਲ ਕਹਿੰਦੇ ਨੇ ਕਿ ਗੁੱਸੇ ਨੇ ਇਹ ਵੀ ਆਖਿਆ ਕਿ ਆਪਣੇ ਨਿੱਜ ਦੇ ਫਾਇਦੇ ਦੀ ਗੱਲ ਉਹ ਨਾ ਸੋਚ ਸਕਦਾ ਨਾ ਕਰ ਸਕਦਾ, ਆਤਮੇ ਵਾਸਤੇ ਉਹ ਦਾ ਜਿੰਨਾ ਵੀ ਕਾਰਜ ਹੈ ਉਹ ਸਾਰਾ ਦਾ ਸਾਰਾ ਨੈਗੇਟਿਵ ਹੋ ਜਾਂਦਾ ਹੈ, ਔਰ ਜਿੰਨਾ ਪੜ੍ਹਿਆ ਹੋਇਆ ਹੈ ਉਹ ਸਾਰਾ ਦਾ ਸਾਰਾ ਖਤਮ ਹੋ ਜਾਂਦਾ ਹੈ ਜਦੋਂ ਉਸ ਮਨੁੱਖ ਦੇ ਅੰਦਰ ਮੈਂ ਆਪਣਾ ਪ੍ਰਵੇਸ਼ ਕਰਦਾ, ਮੈਂ ਆਪਣਾ ਜਦੋਂ ਟਿਕਾਣਾ ਕਰਦਾ ਹਾਂ, ਮੇਰੇ ਪੈਰ ਪੈਂਦਿਆਂ ਸਾਰ ਹੀ ਉਸ ਦੀ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਉਹ ਹੋ ਜਾਂਦੀ ਹੈ। ਭਾਵ ਇਹ ਹੈ ਕਿ ਗੁੱਸਾ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਪੜ੍ਹਿਆ ਹੋਇਆ ਗਿਆਨ, ਵਿਚਾਰਸ਼ੀਲਤਾ, ਇਹ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ। ਔਰ ਇੱਕ ਹੋਰ ਪੱਖ ਹੁੰਦਾ ਹੈ ਕਿ ਗੁੱਸਾ ਜਿਹੜਾ ਹੈ ਇਹ ਮਨੁੱਖ ਦੀ એનર્ਜੀ ਨੂੰ ਖਤਮ ਕਰਦਾ ਹੈ, ਮਨੁੱਖ ਦੇ ਔਰੇ ਨੂੰ ਖਤਮ ਕਰਦਾ ਹੈ। ਇੱਕ ਪ੍ਰੀਖਿਆ ਕੀਤੀ ਗਈ, ਅੱਜ ਕੱਲ ਸਾਇੰਸ ਦਾ ਯੁੱਗ ਹੈ, ਕਿ ਮਨੁੱਖ ਦਾ ਔਰਾ ਜਿਹੜਾ ਹੈ ਉਹ ਕਿੰਨਾ ਪ੍ਰਭਾਵਸ਼ਾਲੀ ਹੈ, ਕਿੰਨਾ ਵਿਸ਼ਾਲ ਹੈ, ਉਹ ਅੱਜ ਕੱਲ ਮਸ਼ੀਨਾਂ ਹੀ ਦੱਸ ਦਿੰਦੀਆਂ ਨੇ। ਤੁਸੀਂ ਵੇਖਿਆ ਹੋਣਾ, ਸਿਆਣਿਆਂ ਨੂੰ ਤਾਂ ਪਤਾ ਹੈ, ਬੱਚਿਆਂ ਨੂੰ ਸ਼ਾਇਦ ਨਹੀਂ ਪਤਾ ਵੀ ਹੋਵੇਗਾ, ਭਈ ਸਾਡੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਉਹਦੇ ਉੱਪਰ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਸੀਸ ਦੇ ਦੁਆਲੇ, ਉਹਨਾਂ ਦੇ ਮੁਖੜੇ ਦੇ ਦੁਆਲੇ ਇੱਕ ਰੌਸ਼ਨੀ ਹੈ, ਇੱਕ ਪ੍ਰਕਾਸ਼ ਹੁੰਦਾ ਹੈ। ਉਹ ਪ੍ਰਕਾਸ਼ ਅਸਲ ਵਿੱਚ ਉਹਨਾਂ ਦਾ ਪ੍ਰਤਾਪ ਹੈ, ਉਹ ਪ੍ਰਕਾਸ਼ ਉਹਨਾਂ ਦਾ ਪ੍ਰਭਾਵ ਹੈ, ਉਹ ਪ੍ਰਕਾਸ਼ ਉਹਨਾਂ ਦਾ ਔਰਾ ਹੈ, ਉਹਨਾਂ ਦੀ ਆਕਰਸ਼ਣ ਸ਼ਕਤੀ ਹੈ। ਜਿਸ ਤਰ੍ਹਾਂ ਇੱਕ ਚੁੰਬਕ ਹੁੰਦਾ ਹੈ, ਚੁੰਬਕ ਤੁਸੀਂ ਸਾਰਿਆਂ ਵੇਖਿਆ ਕਿ ਚੁੰਬਕ ਦੇ ਦੁਆਲੇ ਦੁਆਲੇ ਇੱਕ ਚੁੰਬਕੀ ਖੇਤਰ ਹੈ, ਜਿੱਥੋਂ ਤੱਕ ਉਹਦਾ ਚੁੰਬਕੀ ਖੇਤਰ ਹੈ ਉਸ ਚੁੰਬਕ ਦਾ, ਉੱਥੋਂ ਤੱਕ ਉਹ ਆਪਣੀ ਕਸ਼ਿਸ਼ ਦਾ, ਆਪਣੇ ਆਕਰਸ਼ਣ ਦਾ ਪ੍ਰਭਾਵ ਜਿਹੜਾ ਉੱਥੋਂ ਤੱਕ ਪਾ ਸਕਦਾ ਹੈ। ਭਾਵ ਉੱਥੋਂ ਤੱਕ ਕਿਸੇ ਚੀਜ਼ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਲੋਹੇ ਦਾ ਪਿਆ ਹੋਇਆ ਕੋਈ ਵੀ ਚੀਜ਼ ਜਿਹੜੀ ਹੈ ਉਸ ਨੂੰ ਆਪਣੇ ਵੱਲ ਖਿੱਚ ਸਕਦਾ ਹੈ, ਪਰ ਉਸ ਦਾ ਔਰਾ ਕਿੰਨਾ ਹੈ, ਉਸ ਦਾ ਜਿਹੜਾ ਆਕਰਸ਼ਣ ਖੇਤਰ ਹੈ ਉਹ ਕਿੰਨਾ ਵੱਡਾ ਹੈ, ਇਹਦੇ ਤੋਂ ਪਤਾ ਲੱਗੇਗਾ। ਉਹਦੀ ਪਾਵਰ ਕਿੰਨੀ ਹੈ, ਉਹਦਾ ਖੇਤਰ ਕਿੰਨਾ ਵੱਡਾ ਹੈ। ਪਰ ਉਹਨਾਂ ਨੇ ਪ੍ਰੀਖਿਆ ਕੀਤੀ, ਟੈਸਟ ਲਿਆ, ਤੇ ਟੈਸਟ ਲੈਣ ਨਾਲ ਕੀ ਹੋਇਆ ਕਿ ਉਹ ਜਦੋਂ ਉਹਦਾ ਟੈਸਟ ਲਿਆ ਗਿਆ ਤੇ ਉਸ ਮਨੁੱਖ ਦਾ ਔਰਾ ਜਿਹੜਾ ਸੀ ਉਹ ਬੜਾ ਵਿਸ਼ਾਲ ਸੀ,
ਉਹਨਾਂ ਦੱਸਿਆ ਕਿ 10 ਫੁੱਟ ਤੱਕ ਉਹਦਾ ਔਰਾ ਸੀ, ਇੰਨਾ ਉਹਦਾ ਚਾਰ ਚਫੇਰੇ ਪ੍ਰਭਾਵ ਜਿਹੜਾ ਸੀ ਉਸ ਮਨੁੱਖ ਦਾ ਪੈਂਦਾ ਸੀ। ਤੇ ਉਸ ਤੋਂ ਬਾਅਦ ਫਿਰ ਉਹਨੂੰ ਆਖਿਆ ਗਿਆ, ਤੂੰ ਕਦੀ ਗੁੱਸਾ ਕੀਤਾ? ਉਹ ਕਹਿਣ ਲੱਗਾ, ਜੀ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ। ਕਹਿੰਦਾ, ਜਿਹੜਾ ਸਭ ਤੋਂ ਅਖੀਰਲੀ ਵਾਰੀ ਗੁੱਸਾ ਕੀਤਾ ਸੀ ਨਾ, ਉਸ ਗੁੱਸੇ ਨੂੰ ਚੇਤੇ ਕਰਨਾ। ਤੁਸੀਂ ਉਸ ਗੁੱਸੇ ਨੂੰ, ਗੁੱਸਾ ਕਰਨਾ ਨਹੀਂ, ਗੁੱਸੇ ਨੂੰ ਕੇਵਲ ਚੇਤੇ ਕਰਨਾ ਵੀ ਕਦੋਂ ਗੁੱਸਾ ਆਇਆ ਸੀ ਤੇ ਕੀ ਗੱਲ ਹੋਈ ਸੀ, ਚੇਤਾ ਕਰਨਾ। ਚੇਤਾ ਕੀਤਾ ਉਸਨੇ। ਜਦੋਂ ਚੇਤਾ ਕਰਨ ਤੋਂ ਬਾਅਦ ਉਸ ਦਾ ਔਰਾ ਮਾਪਿਆ ਗਿਆ ਤੇ ਕੀ ਹੋਇਆ ਕਿ ਉਸ ਦਾ ਔਰਾ 10 ਫੁੱਟ ਦੀ ਬਜਾਏ 3 ਫੁੱਟ ਤੱਕ ਰਹਿ ਚੁੱਕਿਆ ਸੀ। ਭਾਵ ਉਹ ਤੀਜੇ ਹਿੱਸੇ ਤੋਂ ਵੀ ਘਟ ਗਿਆ ਔਰਾ। ਉਹਦਾ ਜਿਹੜੀ ਆਕਰਸ਼ਣ ਸ਼ਕਤੀ ਸੀ, ਉਸ ਦੀ ਖਿੱਚ ਜਿਹੜੀ ਸੀ, ਉਹ ਆਪਣੇ ਆਪ ਹੀ ਘਟ ਗਈ। ਉਸ ਦਾ ਪ੍ਰਭਾਵ ਖੇਤਰ ਜਿਹੜਾ ਸੀ ਉਹ ਖਤਮ ਹੋ ਗਿਆ, ਇਸ ਦੇ ਨਾਲ ਹੀ ਕਿ ਉਹਨੇ ਸਿਰਫ ਗੁੱਸੇ ਨੂੰ ਚੇਤੇ ਕੀਤਾ, ਗੁੱਸਾ ਕੀਤਾ ਨਹੀਂ ਹਾਲੇ। ਇਸ ਵਾਸਤੇ ਗੁੱਸਾ ਜਿਹੜਾ ਹੈ ਸਾਡਾ ਇੰਨਾ ਵੱਡਾ ਨੁਕਸਾਨ ਕਰਦਾ ਹੈ। ਹੁਣ ਸਾਡਾ ਜੀ ਕਰਦਾ ਹੈ ਕਿ ਅਸੀਂ ਵਧੀਆ ਢੰਗ ਨਾਲ ਪੜ੍ਹੀਏ, ਅਸੀਂ ਸਮਾਜ ਵਿੱਚ ਕਾਮਯਾਬ ਹੋਈਏ। ਜਦੋਂ ਸਾਡਾ ਜੀ ਇਹ ਕਰਦਾ ਕਿ ਅਸੀਂ ਕਾਮਯਾਬ ਹੋਈਏ, ਤੇ ਹੁਣ ਸਾਨੂੰ ਕਾਮਯਾਬੀ ਵਾਸਤੇ એનર્ਜੀ ਦੀ ਲੋੜ ਹੈ, ਤੇ ਗੁੱਸੇ ਨਾਲ ਸਾਡੀ એનર્ਜੀ ਘਟਣੀ ਹੈ, ਵਧਣੀ ਤੇ ਹੈ ਨਹੀਂ। ਜਦੋਂ ਸਾਡੀ એનર્ਜੀ ਘਟੇਗੀ ਤੇ ਫਿਰ ਅਸੀਂ ਕਿਸੇ ਵੀ ਕੰਮ ਵਿੱਚ ਕਾਮਯਾਬੀ ਕਰਨ ਵਿੱਚ, ਪ੍ਰਾਪਤ ਕਰਨ ਵਿੱਚ ਅਸਫਲ ਰਹਿ ਜਾਵਾਂਗੇ। ਪੂਰਨ ਸਫਲਤਾ ਸਾਨੂੰ ਨਹੀਂ ਪ੍ਰਾਪਤ ਹੁੰਦੀ। ਇਸ ਵਾਸਤੇ ਗੁੱਸਾ ਇੰਨਾ ਨੁਕਸਾਨਦਾਈ ਚੀਜ਼ ਹੈ। ਪਰ ਦੂਸਰੇ ਪਾਸੇ ਅਸੀਂ ਹੁਣ ਇਹ ਸੋਚੀਏ ਕਿ ਗੁੱਸਾ ਆਉਂਦਾ ਕਿਉਂ ਹੈ। ਆਮ ਕਰਕੇ ਲੋਕੀ ਇਹ ਗੱਲ ਕਹਿੰਦੇ ਨੇ ਜੀ ਗੁੱਸਾ ਤੇ ਸੁਭਾਵਕ ਹੀ ਹੁੰਦਾ ਹੈ। ਜਦੋਂ ਆਪਾਂ ਵੇਖਦੇ ਹਾਂ ਇਸ ਸਰੀਰ ਦੀ ਬਣਤਰ ਨੂੰ, ਸੰਸਾਰ ਦੀ ਬਣਤਰ ਨੂੰ, ਤੇ ਫਿਰ 5 ਤੱਤਾਂ ਦਾ ਇਹ ਸਰੀਰ ਬਣਿਆ ਤੇ 5 ਤੱਤਾਂ ਵਿੱਚੋਂ ਇੱਕ ਤੱਤ ਹੈ ਆਕਾਸ਼ ਤੱਤ। ਜਿਹੜਾ ਆਕਾਸ਼ ਤੱਤ ਹੈ ਉਹਦਾ ਇਹ ਗੁਣ ਹੈ ਕਾਮ ਤੇ ਕ੍ਰੋਧ। ਕ੍ਰੋਧ ਜਿਹੜਾ ਹੈ ਇਹ ਉਹਦਾ ਗੁਣ ਹੈ। ਇਸ ਵਾਸਤੇ ਇਸ ਨੂੰ ਪੂਰਨ ਰੂਪ ਵਿੱਚ ਤਿਆਗਿਆ ਨਹੀਂ ਜਾ ਸਕਦਾ। ਇਹਦੇ 'ਚ ਕੋਈ ਗੱਲ ਨਹੀਂ, ਦੂਜੀ ਰਾਏ ਨਹੀਂ ਕੋਈ ਵੀ, ਇਹ ਠੀਕ ਹੈ ਗੱਲ। ਪਰ ਗੁੱਸਾ, ਅਸੀਂ ਸੋਚਦੇ ਹਾਂ ਵੀ ਗੁੱਸਾ ਸਾਨੂੰ ਆਉਂਦਾ ਤੇ ਆਉਣਾ ਸੁਭਾਵਿਕ ਹੀ ਹੈ, ਇਸ ਵਾਸਤੇ ਅਸੀਂ ਗੁੱਸੇ ਤੋਂ ਛੁੱਟ ਨਹੀਂ ਸਕਦੇ। ਪਰ ਇਸ ਤਰ੍ਹਾਂ ਨਹੀਂ, ਗੁੱਸੇ ਨੂੰ ਕੰਟਰੋਲ ਵਿੱਚ ਕਰ ਸਕਦੇ ਹਾਂ। ਗੁੱਸਾ ਸਾਡੇ ਕੰਟਰੋਲ ਵਿੱਚ ਹੋ ਸਕਦਾ ਹੈ। ਅਸੀਂ ਆਮ ਕਰਕੇ ਇਹ ਗੱਲ ਕਹਿੰਦੇ ਹਾਂ ਕਿ ਸਾਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਆਜ਼ਾਦੀ ਵਾਸਤੇ ਬੜਾ ਯਤਨ ਕੀਤਾ ਜਾਂਦਾ, ਸਾਨੂੰ ਕੋਈ ਟੋਕੇ ਨਾ, ਕੋਈ ਰੋਕੇ ਨਾ, ਕੋਈ ਆਖੇ ਨਾ, ਕੁਛ ਵੀ, ਅਸੀਂ ਆਪਣੀ ਮਰਜ਼ੀ ਕਰੀਏ, ਇਸ ਨੂੰ ਅਸੀਂ ਆਜ਼ਾਦੀ ਸਮਝਦੇ ਹਾਂ। ਜਦੋਂ ਅਸੀਂ ਇਸ ਨੂੰ ਆਜ਼ਾਦੀ ਸਮਝਦੇ ਹਾਂ ਤੇ ਉਸ ਆਜ਼ਾਦੀ ਨੂੰ ਜਦੋਂ ਵੀ ਕਦੀ ਠੇਸ ਲੱਗਦੀ ਹੈ, ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ, ਤੇ ਉਸੇ ਵੇਲੇ ਅਸੀਂ ਕੀ ਕਰਦੇ ਹਾਂ, ਸਾਨੂੰ ਗੁੱਸਾ ਆ ਜਾਂਦਾ, ਕ੍ਰੋਧ ਆ ਜਾਂਦਾ ਕਿ ਸਾਡੀ ਈਗੋ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਸਾਡੀ ਆਜ਼ਾਦੀ ਰੋਕੀ ਜਾ ਰਹੀ ਹੈ, ਬੜਾ ਗੁੱਸਾ ਕਰਦੇ ਹਾਂ ਅਸੀਂ। ਪਰੰਤੂ ਜਦੋਂ ਅਸੀਂ ਵੇਖੀਏ, ਪੁੱਛੀਏ ਇੱਕ ਦੂਸਰੇ ਨੂੰ ਕਿ ਤੈਨੂੰ ਗੁੱਸਾ ਕਿਉਂ ਆਇਆ, ਉਹ ਕਹਿੰਦਾ ਮੈਨੂੰ ਉਹਦੇ ਕਰਕੇ ਗੁੱਸਾ ਆਇਆ ਸੀ ਕਿਉਂਕਿ ਉਹਨੇ ਮੇਰੀ ਆਜ਼ਾਦੀ ਨੂੰ ਰੋਕਣ ਦਾ ਯਤਨ ਕੀਤਾ, ਉਹਨੇ ਮੇਰੀ ਆਜ਼ਾਦੀ ਦਾ ਹਨਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਵਾਸਤੇ ਮੈਨੂੰ ਗੁੱਸਾ ਆਇਆ। ਕਿਸੇ ਹੱਦ ਤੱਕ ਸਾਨੂੰ ਇਹ ਗੱਲ ਠੀਕ ਵੀ ਜਾਪਦੀ ਹੈ। ਪਰੰਤੂ ਜਦੋਂ ਅਸਲੀਅਤ ਵੱਲ ਵੇਖਦੇ ਹਾਂ, ਫਿਰ ਆਜ਼ਾਦੀ ਕਾਹਦੀ ਹੋਈ? ਅਸੀਂ ਤਾਂ ਮਨੁੱਖ ਵੀ ਨਾ ਰਹਿ ਗਏ, ਅਸੀਂ ਤਾਂ ਇੱਕ ਰੇਡੀਓ ਜਾਂ ਟੀਵੀ ਬਣ ਗਏ ਕਿ ਜਿਸ ਤਰ੍ਹਾਂ ਦਾ ਕਿਸੇ ਨੇ ਰਿਮੋਟ ਦੇ ਉੱਤੇ ਸਵਿਚ ਨੱਪਿਆ, ਉਸੇ ਤਰ੍ਹਾਂ ਦੀਆਂ ਖਬਰਾਂ ਅਸੀਂ ਦੇਣ ਲੱਗ ਪਏ, ਉਸੇ ਤਰ੍ਹਾਂ ਅਸੀਂ ਬੋਲਣ ਲੱਗ ਪਏ। ਸਾਡਾ ਗੁੱਸਾ ਕਿਸੇ ਦੇ ਵਿਚਾਰਾਂ ਤੇ ਆਧਾਰਿਤ ਹੈ, ਕਿਸੇ ਦੇ ਕੰਮਾਂ ਤੇ ਆਧਾਰਿਤ ਹੈ। ਸਾਡੀ ਖੁਸ਼ੀ ਕਿਸੇ ਦੇ ਕੰਮਾਂ ਤੇ ਆਧਾਰਿਤ ਹੈ। ਯਾਦ ਰਹੇ ਕਿ ਜਦੋਂ ਸਾਡੀ ਖੁਸ਼ੀ, ਸਾਡੀ ਗਮੀ, ਸਾਡਾ ਗੁੱਸਾ, ਸਾਡਾ ਡਰ, ਸਾਡਾ ਦੁੱਖ, ਸਾਡਾ ਸੁੱਖ, ਜੋ ਕੁਝ ਵੀ ਹੈ, ਜਦੋਂ ਦੂਜਿਆਂ ਤੇ ਆਧਾਰਿਤ ਹੈ, ਤੇ ਫਿਰ ਅਸੀਂ ਆਜ਼ਾਦ ਕਿਵੇਂ ਹੋਏ? ਫਿਰ ਤੇ ਅਸੀਂ ਗੁਲਾਮ। ਔਰ ਗੁਲਾਮ ਵੀ ਇੱਕ ਮਨੁੱਖ ਨਹੀਂ, ਇੱਕ ਮਸ਼ੀਨ ਆ। ਜਿਸ ਤਰ੍ਹਾਂ ਮਰਜ਼ੀ ਸਾਨੂੰ ਕੋਈ ਚਲਾ ਰਿਹਾ, ਅਸੀਂ ਉਸ ਤਰ੍ਹਾਂ ਚੱਲ ਰਹੇ ਹਾਂ। ਇਸ ਵਾਸਤੇ ਮਨੁੱਖ ਜਿਹੜਾ ਉਹ ਇਹ ਸੋਚਦਾ ਵੀ ਮੇਰੀ ਆਜ਼ਾਦੀ ਖਤਮ ਹੋ ਰਹੀ ਹੈ। ਗੁੱਸਾ ਆਉਣ ਦਾ ਵੱਡਾ ਕਾਰਨ ਮਨੁੱਖ ਦਾ ਜਿਹੜਾ ਹੈ ਉਹ ਹੈ ਮਨੁੱਖ ਦੀ ਈਗੋ।
कि मेरी आज़ादी ਨੂੰ ਠੇਸ नहीं लगनी चाहिए, मैनू कोई रोके ना, मैनू कोई टोके ना, इस तरह की साडी भावना होंदी है। और दूसरा कारण जिहड़ा है मनुख दा, वो है मनुख दीयां इच्छावां, मनुख दी कामना। काम और क्रोध शब्द दो इकट्ठे आए ने। काम का अर्थ केवल सैक्स नहीं, काम का अर्थ है कामना, इच्छा। इच्छा मनुख दीयां किन्नियां प्रबल ने। जिन्ना जिन्ना साडा लगाओ इच्छावां दे नाल बनदा जांदा है, कामनावां दे नाल बनदा जांदा है, सारियां कामनावां ते पूर्ण होंदियां नहीं। दूसरी गल, कामना एक तो बाद दूसरी, दूसरी तो बाद तीसरी, और हज़ारां लखां दी तादाद विच ओह वधदियां जांदियां ने। ओह पूरीआं होणियां असंभव होंदियां ने। ओह जदों पूरीआं नहीं होंदियां ते फिर सानूं गुस्सा आउंदा, क्रोध आउंदा। इस वास्ते ये कुछ कारण ने दो बड़े वड्डे, जिहदे करके असीं गुस्से तो मार खा जाने आ, क्रोध तो मार खा जांदे आ। हुण विचार ये है कि गुस्सा, की असीं गुस्से नूं रोक सकदे हां? मैं एक अर्ज कर दियां, सब तो पहली गल ते यह है कि गुस्से नूं विचार नाल रोकिया जा सकदा, गुस्से नूं अभ्यास नाल रोकिया जा सकदा। एक तुसीं बहुत वारी वेख्या सुनिया होवेगा, हस्पतालां दे विच डॉक्टर लोग जिहड़े ने, खास करके जिहड़ियां नर्सां ने, वो मरीज का इलाज करदियां ने। हुण मरीज अपनी दुख की अवस्था विच है, वो अपना जिहड़ा बैलेंस है उसनूं गवा चुके है, उन्होंने पता ही नहीं लग रहा। वो गालां भी कढ़दा है, वो भैड़ा भी बोलदा है। और इत्थों तक भी कई बार मैं अपनी अखां नाल वेख्या कि एक बजुर्ग हॉस्पिटल दाखिल सी, ते उसने एक नर्स लड़की उहदा इलाज कर रही सी, ते उसने बड़े जोर नाल उहदे मूँह ते चपेड़ मार दित्ती। पर उस लड़की ने गुस्सा नहीं किया। क्यों नहीं किया? क्योंकि उन्होंने पता सी कि इसका दिमागी तवाजन इस वेले खराब हो चुकी है, इसका बैलेंस जिहड़ा है वो गवाच चुके है, इस वास्ते इसनूं पता ही नहीं लग रहा। जदों असीं गुस्सा करते हैं तो गुस्सा असीं किस ते करते हैं? एक बारी ज्ञान मार्तंड श्रीमान पंडित गोपाल सिंह जी, मेरे विद्यादाता, उन्होंने दीवान में ही किसी ने आख्या, पंडित जी मेरी गल तो गुस्सा तो नहीं करोगे? तो पंडित जी सहज सुभाव ही जवाब दिता, गुस्सा तो किसी सियाणे का करीदा, तेरा काहदा गुस्सा है? जदों असीं ये समझ लईए कि जिहड़ा बंदा साडे खिलाफ कोई गल कर रहा है, साडे खिलाफ बोल रहा है, वो असल में तंदुरुस्त नहीं, वो तो बीमार है। जदों वो बीमार समझ लवांगे असीं, तां असीं ये सोचीए कि असीं उसका इलाज करना है, ना कि अपने आप नूं बीमार कर लेना। अपने आप नूं बीमार करने की बजाय उसनूं ठीक करना है, इस वास्ते उसका गुस्सा नहीं करना। दूसरी गल, जिहड़ा असीं कहंदे आ कि गुस्सा सुभाविक है, सानूं पता हुंदा है भी किहदे ते गुस्सा असीं करना है, किहदे ते नहीं करना। फिर सुभाविक किवें होया? कंट्रोल किया जा सकता है किवें? गुस्सा असीं हमेशा माड़े ते करदे हैं, कमजोर ते करदे हैं, अपने तो नीवें ते करदे हैं। एक स्टाफ मैंबर अपने बॉस का गुस्सा सामने प्रगट नहीं, अपने बॉस के सामने गुस्सा प्रगट नहीं कर सकता। एक छोटा बच्चा अपने मां प्यो के सामने गुस्सा प्रगट नहीं करता। एक तकड़ा मनुख है, वो किसी को मारदा भी है, कुटदा भी है, वो सामने माड़ा जिहड़ा है वो मार खा के भी चुप कर जाता है, वो सामने गुस्सा नहीं प्रगट कर सकता। सानू इस गल का पता है कि किदे सामने असीं गुस्सा प्रगट करना है, किदे सामने असीं गुस्सा नहीं प्रगट करना। फिर इसका मतलब साडा कंट्रोल हो सकता है, ये सुभाविक है। दूसरी गल कि पहली गल तो यह है कि अगले नूं, बीमार नूं असीं ठीक करने वास्ते यतन करना है, इस वास्ते गुस्सा नहीं करना। दूसरी गल यह है जिहड़ी धार्मिक दुनिया की है कि जिहड़ा संसार दे विच जो कुछ हो रहा है, करन वाला सारा कुछ अकाल पुरख परमेश्वर आप है। कि जदों कर हो रहा है तो फिर किसी मनुख ते गुस्सा काहदा? इस तो अगली गल कि जदों सारियां दे विच ही इक्को जीव आत्मा काम कर रही है तो फिर गुस्सा काहदा? प्यार वाली थां ते गुस्सा नहीं किया जा सकता। हुण असीं वेखदे हां, असीं सोचांगे भई गुस्सा ते मां प्यो भी आउंदा,
ਅਸਲ ਵਿੱਚ ਉਹ ਗੁੱਸਾ ਆਉਂਦਾ ਨਹੀਂ, ਉਹ ਕੀ ਹੈ, ਗੁੱਸੇ ਨੂੰ ਦਾ ਵਿਖਾਵਾ ਕੀਤਾ ਜਾਂਦਾ ਹੈ। ਅਧਿਆਪਕ ਬੱਚੇ ਨੂੰ ਝਿੜਕਦਾ ਹੈ, ਉਹਦੇ ਅੰਦਰ ਗੁੱਸਾ ਨਹੀਂ, ਗੁੱਸੇ ਦਾ ਵਿਖਾਵਾ ਕਰ ਰਿਹਾ। ਮਾਂ-ਬਾਪ ਆਪਣੇ ਬੱਚੇ ਨੂੰ ਝਿੜਕਦੇ ਨੇ, ਉਹ ਵਿਖਾਵਾ ਕਰ ਰਹੇ ਨੇ ਗੁੱਸੇ ਦਾ, ਕਿਉਂਕਿ ਉਹਨਾਂ ਦਾ ਮਨੋਰਥ ਉਸ ਨੂੰ ਕੁਝ ਸਿਖਾਉਣਾ ਹੈ, ਉਸ ਦੇ ਹਿੱਤ ਵਾਸਤੇ ਉਸ ਨੂੰ ਪ੍ਰੇਰਿਤ ਕਰਨਾ ਹੈ। ਇਸ ਵਾਸਤੇ ਉਹ ਗੁੱਸਾ ਨਹੀਂ ਰਹਿੰਦਾ। ਅਸੀਂ ਗੁਰੂ ਸਾਹਿਬਾਨਾਂ ਦੇ ਬਾਰੇ ਇਤਿਹਾਸ ਪੜ੍ਹਦੇ ਹਾਂ, ਸਾਡੇ ਗੁਰੂ ਸਾਹਿਬਾਨਾਂ ਨੇ ਜੰਗਾਂ ਲੜੀਆਂ ਨੇ, ਤੇ ਉਹਨਾਂ ਜੰਗਾਂ ਦੇ ਵਿੱਚ ਸਤਿਗੁਰੂ ਸਾਹਿਬਾਨ ਨੇ ਤਲਵਾਰ ਵਾਈ ਹੈ, ਤੀਰ ਚਲਾਏ ਨੇ, ਉਹਦੇ ਵਿੱਚ ਅਸੀਂ ਆਖਾਂਗੇ ਕਿ ਉਹਨਾਂ ਦੇ ਵਿੱਚ ਵੀ ਗੁੱਸਾ ਆਇਆ? ਨਹੀਂ। ਜਦੋਂ ਅਸੀਂ ਇਤਿਹਾਸ ਨੂੰ ਬਰੀਕੀ ਨਾਲ ਵੇਖਦੇ ਹਾਂ ਤੇ ਸਾਡੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਇਹ ਬਚਨ ਕਰਦੇ ਨੇ ਵਿਰੋਧੀ ਨੂੰ ਕਿ ਤੂੰ ਵਿਰੋਧ ਵਿੱਚ ਆਇਆ ਹੈ, ਪਹਿਲਾਂ 3 ਵਾਰ ਕਰ ਲੈ। ਹੁਣ ਜੇ ਉਹਨਾਂ ਦੇ ਆਪਣੇ ਅੰਦਰ ਗੁੱਸਾ ਹੋਵੇ ਤੇ ਗੁੱਸੇ ਵਾਲਾ ਮਨੁੱਖ ਤੇ ਕਦੀ ਕਿਸੇ ਨੂੰ ਨਹੀਂ ਇਹ ਗੱਲ ਆਖੇਗਾ ਤੂੰ ਵਾਰ ਕਰ ਲੈ, ਉਹ ਕਦੇ ਵੀ ਨਹੀਂ ਆਖੇਗਾ। ਵਾਰ ਕਰਨ ਦਾ ਆਪ ਹੁਕਮ ਕਰਦੇ ਨੇ ਕਿ ਵਾਰ ਕਰ ਲੈ। ਵਾਰ ਕਰਦਾ ਉਹ 1 ਨਹੀਂ 2 ਨਹੀਂ 3 ਵਾਰ ਕਰਦਾ। ਫਿਰ ਉਸ ਤੋਂ ਬਾਅਦ ਸਤਿਗੁਰੂ ਸਾਹਿਬਾਨ ਵਾਰ ਕਰਦੇ ਨੇ, ਔਰ ਸਤਿਗੁਰੂ ਜੀ ਵਾਰ ਜਦੋਂ ਕਰਦੇ ਨੇ ਉਹਦੇ ਉੱਤੇ ਹਮਲਾ ਕਰਦੇ ਨੇ ਤੇ ਉਸ ਵੇਲੇ ਉਹਨੂੰ ਇਸ ਤਰ੍ਹਾਂ ਕਰਕੇ ਕਹਿੰਦੇ ਨੇ ਵਾਰ ਇੰਜ ਨਹੀਂ ਇੰਜ ਕਰੀਦਾ। ਭਾਵ ਜਿਸ ਤਰ੍ਹਾਂ ਅਧਿਆਪਕ ਆਪਣੇ ਬੱਚੇ ਨੂੰ ਸਿਖਾਉਂਦਾ ਹੈ ਕਿ ਇਹ ਅੱਖਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਣਾਈਦਾ। ਔਰ ਸਤਸੰਗੀ ਜਨੋ, ਹੋਰ ਮੈਂ ਇੱਕ ਗੱਲ ਕਰਦੇ ਹਾਂ ਕਿ ਗੁਰੂ ਸਾਹਿਬਾਨਾਂ ਦਾ ਅਸੀਂ ਇਹ ਵੀ ਇਤਿਹਾਸ ਪੜ੍ਹਦੇ ਹਾਂ ਕਿ ਜਦੋਂ ਵਾਰ ਕਰਦੇ ਨੇ ਸਤਿਗੁਰੂ ਜੀ ਤੇ ਮੈਦਾਨੇ ਜੰਗ ਦੇ ਵਿੱਚ ਵਿਰੋਧੀ ਜਿਹੜਾ ਹੈ ਉਹ ਚਿੱਤ ਹੁੰਦਾ ਹੈ। ਪੈਂਦੇ ਖਾਂ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੇਲੇ, ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਉਹਦੇ ਤੇ ਵਾਰ ਕਰਦੇ ਨੇ ਤੇ ਉਹ ਹਾਏ ਮਾਂ ਕਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਹਾਏ ਮਾਂ ਨਹੀਂ, ਹੁਣ ਤੂੰ ਹਾਏ ਅੱਲਾ ਕਹਿ, ਕਲਮਾ ਪੜ੍ਹ। ਭਾਵ ਫਿਰ ਵੀ ਉਹਦਾ ਭਲਾ ਕਰਦੇ ਨੇ। ਸਤਿਗੁਰੂ ਇੱਕ ਉਸਤਾਦ ਵਾਂਗੂ ਵਾਰ ਕਰਦੇ ਨੇ। ਸਤਿਗੁਰੂ ਜੀ ਉਹਦੇ ਭਲੇ ਵਾਸਤੇ ਸਾਰਾ ਕੁਝ ਕਰ ਰਹੇ ਨੇ, ਉਸ ਦੀ ਹਉਮੈ ਨੂੰ ਖਤਮ ਕਰਨ ਵਾਸਤੇ, ਉਸ ਦੀ ਸੋਚ ਜਿਹੜੀ ਬਣ ਚੁੱਕੀ ਹੈ ਉਸ ਨੂੰ ਖਤਮ ਕਰਨ ਵਾਸਤੇ, ਔਰ ਸਮਾਜ ਦੇ ਵਿੱਚ ਜਿਹੜੀ ਉਹ ਅਰਾਜ਼ਕਤਾ ਫੈਲਾ ਰਿਹਾ ਹੈ, ਜਿਹੜਾ ਉਹ ਜ਼ੁਲਮ ਕਰ ਰਿਹਾ ਹੈ। ਕਈ ਵਾਰੀ ਮੈਂ ਇਹ ਵੀ ਅਰਜ਼ ਕਰਦੇ ਹਾਂ, ਕਈ ਵਾਰੀ ਅੱਗ ਜਿਹੜੀ ਹੈ ਉਸ ਨੂੰ ਠੰਡਾ ਪਾਣੀ ਬੁਝਾਉਂਦਾ ਹੈ, ਪਰ ਜੇ ਪਾਣੀ ਅਤ ਦਾ ਗਰਮ ਵੀ ਹੋਵੇ ਨਾ ਤੇ ਉਹ ਵੀ ਅੱਗ ਨੂੰ ਤਾਂ ਬੁਝਾ ਹੀ ਸਕਦਾ। ਪਾਣੀ ਗਰਮ ਹੋਇਆ ਹੈ, ਗੁਰੂ ਸਾਹਿਬ ਗਰਮ ਹੋਏ ਨੇ, ਪਰ ਤਤਸ਼ਨ ਗਰਮ ਹੋ ਕੇ ਉਸੇ ਵੇਲੇ ਠੰਡੇ ਹੋ ਜਾਂਦੇ ਨੇ। ਤਾਂ ਹੀ ਉਹ ਕਹਿੰਦੇ ਨੇ ਕਿ ਹੁਣ ਤੂੰ ਅੱਲਾ ਦਾ ਨਾਮ ਜਪ। ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਸਾਡਾ ਇਹ ਕੰਟਰੋਲ ਹੋ ਸਕਦਾ ਹੈ, ਪਰ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਇਹ ਵੇਖੀਏ ਕਿ ਜੇ ਸਾਡੇ ਅੰਦਰ ਗੁੱਸਾ ਆਇਆ ਵੀ ਹੈ ਤੇ ਉਹ ਗੁੱਸਾ ਕਿਸੇ ਦੇ ਭਲੇ ਵਾਸਤੇ ਹੈ ਜਾਂ ਸਾਡੇ ਨਿਜ ਵਾਸਤੇ ਹੈ। ਜੇ ਤੇ ਸਾਡੀ ਹਉਮੈ ਵਾਸਤੇ ਹੈ, ਜੇ ਤੇ ਸਾਡੀਆਂ ਕਾਮਨਾਵਾਂ ਵਾਸਤੇ ਹੈ, ਫਿਰ ਉਹ ਗੁੱਸਾ ਬਹੁਤ ਗਲਤ ਹੈ। ਜੇ ਉਹ ਦੂਜੇ ਦੇ ਭਲੇ ਵਾਸਤੇ ਹੈ ਤੇ ਉਹ ਗੁੱਸਾ ਆਇਆ, ਵੱਡੇ ਮਹਾਂਪੁਰਖਾਂ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਆਉਂਦਾ ਔਰ ਆਉਂਦਿਆਂ ਸਾਰੀ ਚਲਾ ਜਾਂਦਾ, ਖਤਮ ਹੋ ਜਾਂਦਾ। ਗੁੱਸਾ ਸਦੀਵੀ ਤੌਰ ਤੇ ਨਹੀਂ ਰਹਿੰਦਾ ਉਹਨਾਂ ਦੇ ਅੰਦਰ। ਜਿਸ ਤਰ੍ਹਾਂ ਪਹਾੜਾਂ ਦੇ ਵਿੱਚ ਪਾਣੀ ਦੇ ਨਾਲੇ ਵਗਦੇ ਨੇ ਤੇ ਮੀਂਹ ਪਿਆ, ਯਕਦਮ ਪਾਣੀ ਆਉਂਦਾ ਤੇ ਉਹ ਛੇਤੀ ਨਾਲ ਪਾਣੀ ਆਣ ਕੇ ਤੇ ਮੈਲ ਜਿਹੜੀ ਹੈ, ਗੰਦਗੀ ਜਿਹੜੀ ਹੈ, ਚਿੱਕੜ ਜਿਹੜਾ, ਉਹਨੂੰ ਉਹ ਹੂੰਝ ਕੇ ਲੈ ਜਾਂਦਾ। ਪਰ ਉਸ ਤਤਸ਼ਨ ਹੀ ਉਹਦੇ ਮਗਰੋਂ ਪਾਣੀ ਜਿਹੜਾ ਉਹ ਖਤਮ ਹੋ ਜਾਂਦਾ ਤੇ ਉਹ ਫਿਰ ਨਾਲਾ ਜਿਹੜਾ ਉਹ ਸਾਫ਼ ਹੋ ਜਾਂਦਾ। ਮੇਰਾ ਕਹਿਣ ਤੋਂ ਭਾਵ ਸਿਰਫ ਇੰਨਾ ਹੈ ਕਿ ਉਹਨਾਂ ਦੇ ਅੰਦਰ ਗੁੱਸਾ ਤੇ ਆਉਂਦਾ, ਪਰ ਉਹਨਾਂ ਦਾ ਸੈਲਫ ਕੰਟਰੋਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ। ਹੁਣ ਅਸੀਂ ਇਹ ਵੇਖਣਾ ਕਿ ਗੁੱਸਾ ਕੀਤਿਆਂ ਖੁਸ਼ੀ ਤੇ ਕਿਸੇ ਨੂੰ ਮਿਲ ਨਹੀਂ ਸਕਦੀ। ਅਸੀਂ ਜੋ ਕੁਝ ਕਰਦੇ ਹਾਂ ਆਪਣੀ ਖੁਸ਼ੀ ਵਾਸਤੇ ਕਰਦੇ ਹਾਂ, ਪਰ ਖੁਸ਼ੀ ਅੱਜ ਤੱਕ ਕਦੀ ਕਿਸੇ ਨੂੰ ਮਿਲ ਨਹੀਂ ਸਕਦੀ। ਜਿਹੜੀ ਚੀਜ਼ ਚੋਂ ਖੁਸ਼ੀ ਮਿਲ ਹੀ ਨਹੀਂ ਸਕਦੀ, ਆਨੰਦ ਮਿਲ ਹੀ ਨਹੀਂ ਸਕਦਾ, ਉਸ ਨੂੰ ਅਸੀਂ ਕਿਉਂ ਅਪਣਾਈਏ? ਉਹਦੇ ਵਾਸਤੇ ਫਿਰ ਇਹ ਕਰਨਾ ਪੈਂਦਾ ਕਿ ਜਿੱਥੇ ਅਸੀਂ ਇਹ ਸਮਝਣਾ ਕਿ ਅਸੀਂ ਗੁੱਸਾ ਜਿਹੜਾ ਹੈ ਉਹ ਕਰਨ ਲੱਗਿਆਂ ਇਹ ਵਿਚਾਰ ਕਰ ਲਈਏ, ਆਪਣਾ ਮਨ ਇਹ ਬਣਾ ਲਈਏ ਕਿ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਅਸੀਂ ਇੱਕ ਬੰਦਾ ਰੱਖ ਲੈਣਾ, ਉਹ ਕੁਝ ਵੀ ਕਹੇ, ਜੋ ਮਰਜ਼ੀ ਕਹੇ, ਜੋ ਮਰਜ਼ੀ ਕਰੇ, ਉਹਦੇ ਤੇ ਅਸੀਂ ਗੁੱਸਾ ਨਹੀਂ ਕਰਨਾ। ਅਭਿਆਸ ਬਣਨਾ ਸ਼ੁਰੂ ਹੋ ਜਾਏਗਾ, ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਅਸੀਂ ਇਹ ਸੋਚ ਲਵਾਂਗੇ ਕਿ ਫਲਾਣੇ ਬੰਦਾ ਜੋ ਮਰਜ਼ੀ ਵੀ ਆਖੇ ਮੈਨੂੰ, ਮੈਂ ਉਹਦੇ ਤੇ ਗੁੱਸਾ ਨਹੀਂ ਕਰਨਾ। ਦੂਸਰੀ ਗੱਲ, ਅਸੀਂ ਇਦਾਂ ਵੀ ਕਰ ਸਕਦੇ ਹਾਂ
ਭਈ ਕੁਛ ਦਿਨ ਇੱਕ ਚੁਣ ਲਿਆ ਜਾਵੇ ਭਈ ਮੈਂ ਅੱਜ ਸਾਰੇ ਦਿਨ ਵਿੱਚ ਕੇਵਲ ਇੱਕ ਵਾਰੀ ਗੁੱਸਾ ਕਰਨਾ ਹੈ। ਤੁਸੀਂ ਵੇਖੋਗੇ ਕਿ ਇਸ ਅਭਿਆਸ ਦੇ ਨਾਲ ਸਾਡੇ ਜ਼ਿੰਦਗੀ 'ਚ ਕਿੰਨਾ ਵੱਡਾ ਫਰਕ ਪੈਂਦਾ ਹੈ। ਕਿਉਂਕਿ ਅਸੀਂ ਸੋਚਾਂਗੇ ਕਦੀ ਤੇ ਪਤਾ ਨਹੀਂ, ਹੁਣ ਗੁੱਸਾ ਤੇ ਮੈਂ ਇੱਕ ਵਾਰੀ ਕਰਨਾ ਹੈ। ਜਿਹੜੀ ਬੰਦੇ ਨੇ ਮੈਨੂੰ ਗੱਲ ਇਸ ਨੇ ਆਖੀ ਹੈ, ਉਹ ਗੱਲ ਨਾਲੋਂ ਵੱਡੀ ਗੱਲ ਜੇ ਹੋ ਗਈ ਤੇ ਉਹ ਮੇਰੇ ਕੋਲ ਨਾ ਚੱਲੀ ਗਈ ਤੇ ਮੈਂ ਉਹ ਕੰਟਰੋਲ ਨਹੀਂ ਕਰ ਸਕਾਂਗਾ। ਇਸ ਵਾਸਤੇ ਮੇਰਾ ਪ੍ਰਾਣ, ਮੇਰਾ ਵਰਤ ਟੁੱਟ ਜਾਏਗਾ। ਇਸ ਵਾਸਤੇ ਮਨੁੱਖ ਗੁੱਸੇ ਤੇ ਕੰਟਰੋਲ ਜਿਹੜਾ ਹੈ ਉਹ ਕਰ ਸਕਦਾ ਹੈ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਗ ਜਿਹੜੀ ਹੈ ਉਹ ਪਾਣੀ ਪਾਇਆ ਬੁਝ ਜਾਂਦੀ ਹੈ, ਉਸੇ ਤਰ੍ਹਾਂ ਜਦੋਂ ਸਾਡੇ ਅੰਦਰ ਗੁੱਸਾ ਆਵੇ ਸਾਨੂੰ ਪਾਣੀ ਪੀ ਲੈਣਾ ਚਾਹੀਦਾ ਹੈ। ਪਾਣੀ ਪੀਣ ਦੇ ਨਾਲ ਗੁੱਸਾ ਘਟ ਜਾਂਦਾ ਹੈ। ਵਿਚਾਰ ਦੀ ਮੈਂ ਗੱਲ ਕਰ ਰਿਹਾ ਸੀ। ਇੱਕ ਫਕੀਰ ਹੋਏ ਨੇ ਜੈਨ ਜਿਹੜੇ ਸੀ, ਉਹਨਾਂ ਨੂੰ ਗੁੱਸਾ ਨਹੀਂ ਸੀ ਆਉਂਦਾ। ਜਦੋਂ ਉਹਨਾਂ ਨੂੰ ਗੁੱਸਾ ਨਹੀਂ ਸੀ ਆਉਂਦਾ ਤੇ ਉਹਨਾਂ ਦੇ ਫਕੀਰਾਂ ਨੇ, ਉਹਨਾਂ ਦੇ ਮੁਰੀਦਾਂ ਨੇ ਪੁੱਛਿਆ, ਕਹਿਣ ਲੱਗੇ, ਐ ਗੁਰਦੇਵ, ਆਪ ਜੀ ਨੂੰ ਗੁੱਸਾ ਨਹੀਂ ਆਉਂਦਾ, ਉਹਦਾ ਕਾਰਨ ਕੀ ਹੈ? ਜਦੋਂ ਵੀ ਤੁਹਾਨੂੰ ਕੋਈ ਭੈੜਾ ਸ਼ਬਦ ਆਖਦਾ ਹੈ ਤੇ ਤੁਸੀਂ ਕਹਿੰਦੇ ਹੋ ਇਹ ਵੀ ਬੇੜੀ ਖਾਲੀ ਹੈ, ਇਹ ਵੀ ਬੇੜੀ ਖਾਲੀ ਹੈ, ਇਸ ਤਰ੍ਹਾਂ ਸ਼ਬਦ ਵਰਤਦੇ ਹੋ, ਮੁਸਕਰਾ ਛੱਡਦੇ ਹੋ, ਕਾਰਨ ਕੀ ਹੈ? ਉਹ ਕਹਿਣ ਲੱਗੇ, ਅਸਲ ਗੱਲ ਇਹ ਹੈ ਕਿ ਰਾਤ ਦਾ ਸਮਾਂ ਸੀ, ਹਨੇਰੀ ਰਾਤ ਵਿੱਚ ਬੇੜੀ ਜਿਹੜੀ ਸੀ ਉਹ ਵੱਜੀ ਹੋਈ ਸੀ ਕੰਢੇ ਦੇ ਨਾਲ, ਇੱਕ ਕਿੱਲੇ ਦੇ ਨਾਲ, ਤੇ ਮੈਂ ਉਸ ਬੇੜੀ ਦੇ ਵਿੱਚ ਬਹਿ ਕੇ ਸਮਾਧੀ ਲਾਈ ਬੈਠਾ ਸਾਂ। ਅਚਨਚੇਤ ਕੀ ਹੋਇਆ ਕਿ ਇੱਕ ਦੂਜੀ ਬੇੜੀ ਚਲਦੀ ਚਲਦੀ ਮੇਰੀ ਵਾਲੀ ਬੇੜੀ ਜਿਹੜੀ ਸੀ ਉਹਦੇ ਨਾਲ ਜ਼ੋਰ ਨਾਲ ਆਣ ਕੇ ਟਕਰਾ ਗਈ। ਜਦੋਂ ਉਹਦੇ ਨਾਲ ਜ਼ੋਰ ਨਾਲ ਆਣ ਕੇ ਟਕਰਾਈ ਤੇ ਮੇਰੀ ਸਮਾਧੀ ਖੁੱਲ ਗਈ। ਮੈਨੂੰ ਗੁੱਸਾ ਆ ਗਿਆ, ਮੈਂ ਅੱਗ ਬਬੂਲਾ ਹੋ ਗਿਆ। ਜਦੋਂ ਮੈਨੂੰ ਗੁੱਸਾ ਆਇਆ, ਮੈਂ ਅਵਾ ਤਵਾ ਬੋਲਿਆ, ਜੋ ਮੇਰੇ ਮੂੰਹ 'ਚ ਆਇਆ ਮੈਂ ਕਹਿ ਦਿੱਤਾ। ਪਰੰਤੂ 1-2 ਮਿੰਟਾਂ ਬਾਅਦ ਹੀ ਜਦੋਂ ਮੈਂ ਵੇਖਿਆ ਕਿ ਉਸ ਬੇੜੀ ਦੇ ਵਿੱਚ ਤੇ ਕੋਈ ਹੈ ਨਹੀਂ ਸੀ, ਸਿਰਫ ਉਹ ਲਹਿਰਾਂ ਦੀਆਂ ਥਪੇੜਾਂ ਖਾਂਦੀ, ਲਹਿਰਾਂ ਦੇ ਨਾਲ ਇੱਧਰ ਉੱਧਰ ਹੁੰਦੀ ਬੇੜੀ ਜਿਹੜੀ ਸੀ ਉਹ ਉਸ ਬੇੜੀ ਤੱਕ ਪਹੁੰਚ ਗਈ ਸੀ ਤੇ ਉਹ ਬੇੜੀ ਮੇਰੇ ਵਾਲੀ ਬੇੜੀ ਨਾਲ ਟਕਰਾ ਗਈ। ਮੈਂ ਸਮਝਿਆ ਕਿ ਕਿਸੇ ਆਦਮੀ ਨੇ ਜਾਣਬੁੱਝ ਕੇ ਇਹ ਬੇੜੀ ਮੇਰੇ ਵਾਲੀ ਬੇੜੀ ਨਾਲ ਟਕਰਾਈ ਹੈ। ਇਸ ਵਾਸਤੇ ਮੈਨੂੰ ਗੁੱਸਾ ਆਇਆ ਸੀ, ਪਰ ਉਹ ਵੇਖਿਆ ਕਿ ਉਹ ਬੇੜੀ ਖਾਲੀ ਸੀ। ਮੈਂ ਆਪਣੇ ਅੰਦਰ ਝੂਰਿਆ, ਮੈਂ ਆਪਣੇ ਆਪ ਨੂੰ ਕੋਸਿਆ ਕਿ ਮੈਂ ਕੀ ਕੀਤਾ, ਮੈਂ ਕਿੰਨਾ ਪਾਗਲ ਹਾਂ, ਮੇਰੇ 'ਚ ਤੇ ਸਿਆਣਪ ਵਾਲੀ ਕੋਈ ਗੱਲ ਵੀ ਨਹੀਂ ਹੈਗੀ। ਇੱਕ ਖਾਲੀ ਬੇੜੀ ਜਿਹਦੇ ਵਿੱਚ ਮਨੁੱਖ ਵੀ ਕੋਈ ਨਹੀਂ ਤੇ ਮੈਂ ਉਹਦੇ ਤੇ ਗੁੱਸਾ ਕਰ ਰਿਹਾ। ਜਦੋਂ ਇਹ ਸੋਚ ਲਿਆ ਤੇ ਹੁਣ ਜਦੋਂ ਵੀ ਮੈਨੂੰ ਕੋਈ ਬੁਰਾ ਸ਼ਬਦ ਵੀ ਆਖਦਾ ਹੈ, ਮੇਰਾ ਅਪਮਾਨ ਵੀ ਕਰਦਾ ਹੈ, ਤੇ ਮੈਂ ਇਹ ਸੋਚ ਲੈਣਾ ਇਹ ਵੀ ਬੇੜੀ ਖਾਲੀ ਹੈ। ਇਸ ਵਾਸਤੇ ਜਦੋਂ ਮਨੁੱਖ ਦੇ ਇਹ ਵਿਚਾਰ ਬਣ ਜਾਣਗੇ ਤੇ ਵਿਚਾਰਵਾਨ ਮਨੁੱਖ ਜਿਹੜਾ ਹੈ ਉਹ ਗੁੱਸੇ ਤੇ ਕੰਟਰੋਲ ਕਰ ਸਕਦਾ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਪਾਣੀ ਪੀਣ ਨਾਲ ਜਿੱਥੇ ਗੁੱਸੇ ਦਾ ਕੰਟਰੋਲ ਹੋ ਸਕਦਾ ਹੈ, ਵਿਚਾਰਵਾਨੀ ਨਾਲ ਜਿੱਥੇ ਗੁੱਸੇ ਦਾ ਕੰਟਰੋਲ ਹੋ ਸਕਦਾ ਹੈ, ਉੱਥੇ ਸਿਆਣੇ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਤੁਹਾਨੂੰ ਕੋਈ ਗੁੱਸੇ ਭਰੇ ਸ਼ਬਦ ਆਖਦਾ ਹੈ, ਅਪਮਾਨ ਭਰੇ ਸ਼ਬਦ ਆਖਦਾ ਹੈ, ਤੇ ਉਸ ਵੇਲੇ ਤੁਸੀਂ ਲੰਬੇ ਸਵਾਸ ਲੈਣੇ ਸ਼ੁਰੂ ਕਰ ਦਿਓ, ਆਪਣੇ ਸਵਾਸ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ। ਤੁਹਾਡਾ ਸਵਾਸ ਅੰਦਰ ਜਾ ਰਿਹਾ ਹੈ, ਤੁਹਾਡਾ ਸਵਾਸ ਬਾਹਰ ਜਾ ਰਿਹਾ ਹੈ, ਤੁਹਾਡੇ ਗੁੱਸੇ ਤੇ ਕੰਟਰੋਲ ਹੋ ਜਾਏਗਾ। ਫਿਰ ਇੱਕ ਹੋਰ ਗੱਲ ਵੀ ਇਹ ਵੀ ਕਹਿੰਦੇ ਨੇ ਕਿ ਜਦੋਂ ਤੁਹਾਡੇ ਅੰਦਰ ਗੁੱਸੇ ਦੀ ਭਾਵਨਾ ਆਵੇ ਤੇ ਉਸ ਵੇਲੇ ਤੁਸੀਂ ਇਹ ਸੋਚ ਲੈਣਾ ਕਿ ਮੈਂ ਹੁਣ ਨਾਮ ਦਾ ਸਿਮਰਨ ਕਰਾਂਗਾ। ਤੁਸੀਂ 1 ਵਾਰੀ, 2 ਵਾਰੀ, 4 ਵਾਰੀ ਜਿਹੜਾ ਵੀ ਮੰਤਰ ਕੋਈ ਜਪਦਾ ਤੇ ਉਹ ਜਦੋਂ ਤੁਸੀਂ ਉਸ ਮੰਤਰ ਵਾਲੇ ਪਾਸੇ ਧਿਆਨ ਦਿਓਗੇ, ਤੁਹਾਡਾ ਬਾਹਰ ਤੋਂ ਧਿਆਨ ਜਿਹੜਾ ਉਹ ਟੁੱਟ ਜਾਏਗਾ, ਵਿਛੜ ਜਾਏਗਾ। ਇਸ ਤੋਂ ਅਗਲੀ ਗੱਲ ਕਿ ਗੁੱਸਾ ਜਿਹੜਾ ਹੈ, ਇਹਦੇ ਬਾਰੇ ਗੁਰਬਾਣੀ 'ਚ ਇਹ ਵੀ ਬਚਨ ਆਇਆ ਕਿ ਗੁੱਸਾ ਕਰਨ ਵਾਲਾ ਮਨੁੱਖ ਜਿਹੜਾ ਹੈ ਉਹ ਅਪਵਿੱਤਰ ਹੋ ਜਾਂਦਾ ਹੈ। ਅਗਨੀ ਕ੍ਰੋਧ ਚੰਡਾਲ ਲਿਖਿਆ। ਅਗਨੀ, ਕ੍ਰੋਧ ਦੀ ਅਗਨੀ ਜਿਸ ਮਨ ਦੇ ਅੰਦਰ ਹੈ, ਉਸ ਦੇ ਅੰਦਰ ਸਮਝੋ ਕਿ ਇੱਕ ਚੰਡਾਲਣੀ ਬੈਠੀ ਹੋਈ ਹੈ। ਮਹਾਤਮਾ ਬੁੱਧ ਬੈਠੇ ਸਨ ਤੇ ਮਹਾਤਮਾ ਬੁੱਧ ਨੂੰ ਕਿਸੇ ਨੇ ਆਖਿਆ ਕਿ ਉਹ ਆਦਮੀ ਜਿਹੜਾ ਉੱਚੀ ਉੱਚੀ ਬੋਲ ਰਿਹਾ ਹੈ, ਉਸ ਨੂੰ ਤੁਸੀਂ ਸਭਾ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ। ਆਪ ਜੀ ਕਿਰਪਾ ਕਰੋ, ਉਹਨੂੰ ਇਜਾਜ਼ਤ ਦਿਓ ਤੇ ਉਹ ਸਭਾ ਵਿੱਚ ਆ ਸਕੇ, ਤੁਹਾਡੇ ਚਰਨਾਂ ਵਿੱਚ ਬੈਠ ਸਕੇ। ਤੇ ਉਹ ਮਹਾਤਮਾ ਬੁੱਧ ਕਹਿਣ ਲੱਗੇ, ਅਸਲ ਵਿੱਚ ਗੱਲ ਇਹ ਹੈ ਕਿ ਉਹ ਅਛੂਤ ਹੈ, ਅਛੂਤਾਂ ਨੂੰ ਸਭਾ ਵਿੱਚ ਆਉਣ ਦਾ ਹੁਕਮ ਬੰਦ ਹੈ, ਨਹੀਂ ਆ ਸਕਦੇ। ਉਹ ਕਹਿਣ ਲੱਗੇ, ਜੀ ਇਹ ਕਿੱਦਾਂ ਹੋ ਸਕਦਾ?
ਤੁਸੀਂ ਆਪ ਹੀ ਤੇ ਕਹਿੰਦੇ ਹੋ ਕਿ ਸੰਸਾਰ ਵਿੱਚ ਕੋਈ ਅਛੂਤ ਨਹੀਂ। ਤੁਸੀਂ ਆਪ ਹੀ ਅੱਜ ਕਹਿ ਰਹੇ ਹੋ ਕਿ ਉਹ ਅਛੂਤ ਹੈ। ਮਹਾਤਮਾ ਬੁੱਧ ਕਹਿਣ ਲੱਗੇ ਅਸਲ ਵਿੱਚ ਗੱਲ ਇਹ ਹੈ, ਜਨਮ ਕਰਕੇ ਕੋਈ ਅਛੂਤ ਨਹੀਂ, ਪਰ ਕਰਮ ਕਰਕੇ ਕਿਸੇ ਵੇਲੇ ਵੀ ਕੋਈ ਵੀ ਮਨੁੱਖ ਜਿਹੜਾ ਹੈ ਉਹ ਅਛੂਤ ਹੋ ਸਕਦਾ ਹੈ। ਜਦੋਂ ਗੁੱਸਾ ਆਵੇਗਾ ਮਨੁੱਖ ਜਿਹੜਾ ਹੈ ਉਹ ਅਛੂਤ ਹੋ ਜਾਏਗਾ। ਇਸ ਵਾਸਤੇ ਜਿਹੜਾ ਆਪਣਾ ਚਾਰ ਚਫੇਰਾ ਅਸੀਂ ਬਰਬਾਦ ਕਰ ਰਹੇ ਹਾਂ, ਅੱਜ ਦੀ ਸਥਿਤੀ ਅਸੀਂ ਵੇਖ ਰਹੇ ਹਾਂ ਕਿ ਅੱਜ ਤੋਂ ਬਹੁਤ ਪਹਿਲਾਂ ਲੋਕ ਜਿਹੜੇ ਸਨ ਉਹਨਾਂ ਕੋਲ ਸੁੱਖ ਸਹੂਲਤਾਂ ਬੇਸ਼ੱਕ ਨਹੀਂ ਸਨ ਹੈਗੀਆਂ, ਪਰ ਉਹ ਸੁਖੀ ਵੱਸਦੇ ਸਨ। ਅੱਜ ਜਿੰਨੇ ਲੋਕ ਬਿਮਾਰ ਨਹੀਂ ਸਨ, ਤਨ ਕਰਕੇ ਬਿਮਾਰ ਨਹੀਂ ਸਨ, ਮਨ ਵੀ ਇੰਨੇ ਅਸ਼ਾਂਤ ਨਹੀਂ ਸਨ। ਪਰ ਅੱਜ ਦੀਆਂ ਇਹ ਸਾਰੀਆਂ ਸਹੂਲਤਾਂ ਸਾਨੂੰ ਸੁੱਖ ਨਹੀਂ ਦੇ ਰਹੀਆਂ। ਉਹਦਾ ਕਾਰਨ ਇਹ ਹੀ ਹੈ ਸਭ ਤੋਂ ਵੱਡਾ, ਕਿ ਸਾਡਾ ਲਗਾਓ ਜਿਹੜਾ ਹੈ ਉਹਨਾਂ ਸੁੱਖ ਦੀਆਂ ਚੀਜ਼ਾਂ ਨਾਲ, ਸੁੱਖ ਦੇ ਵਸੀਲਿਆਂ ਨਾਲ ਸਾਡਾ ਮਨ ਜਿਹੜਾ ਹੈ ਉਹ ਜੁੜ ਗਿਆ ਹੈ। ਸੁੱਖ ਦੇਣ ਵਾਲੇ ਨਾਲ ਸਾਡਾ ਮਨ ਜਿਹੜਾ ਉਹ ਨਹੀਂ ਜੁੜ ਰਿਹਾ। ਜਦੋਂ ਸੁੱਖ ਦੇਣ ਵਾਲੇ ਨਾਲ ਸਾਡਾ ਮਨ ਜੁੜ ਜਾਏਗਾ, ਫਿਰ ਸਾਡਾ ਗੁੱਸੇ ਤੇ ਕੰਟਰੋਲ ਹੋ ਜਾਏਗਾ, ਸਾਡਾ ਮਨ ਅਸ਼ਾਂਤ ਨਹੀਂ ਰਹੇਗਾ। ਇਸ ਵਾਸਤੇ ਆਪਣੇ ਨੁਕਸਾਨ ਤੋਂ ਬਚਣ ਵਾਸਤੇ, ਆਪਣੇ ਤਨ ਮਨ ਅਤੇ ਧਨ ਨੂੰ ਸਿਹਤਮੰਦ ਰੱਖਣ ਵਾਸਤੇ, ਬਚਾਉਣ ਵਾਸਤੇ, ਲੋਕਾਂ ਵਾਸਤੇ ਕੋਈ ਪੈਸੇ ਨਹੀਂ ਇਕੱਠੇ ਕਰਦਾ। ਪੈਸੇ ਕਿਸ ਦੇ ਵਾਸਤੇ ਇਕੱਠੇ ਕੀਤੇ ਜਾਂਦੇ ਨੇ? ਆਪਣੇ ਵਾਸਤੇ। ਜੋ ਕੁਝ ਵੀ ਕਰਦਾ ਮਨੁੱਖ ਆਪਣੇ ਵਾਸਤੇ ਕਰਦਾ। ਪਰ ਹੈਰਾਨਗੀ ਦੀ ਗੱਲ ਹੈ ਕਿ ਮਨੁੱਖ ਆਪਣਾ ਆਪਾ ਦੂਜਿਆਂ ਵਾਸਤੇ ਬਰਬਾਦ ਕਰ ਰਿਹਾ ਹੈ, ਖਰਾਬ ਕਰ ਰਿਹਾ ਹੈ। ਦੂਜਿਆਂ ਦੇ ਪਿੱਛੇ ਲੱਗ ਕੇ ਆਪਣੇ ਮਨ ਨੂੰ ਅਸ਼ਾਂਤ ਕਰ ਰਿਹਾ, ਆਪਣੇ ਸਰੀਰ ਨੂੰ ਖਰਾਬ ਕਰ ਰਿਹਾ। ਇਸ ਵਾਸਤੇ ਸਾਨੂੰ ਇਸ ਗੱਲ ਦੀ ਜ਼ਰੂਰਤ ਹੈ ਕਿ ਜੇ ਅਸੀਂ ਕੋਈ ਵੱਡੀਆਂ ਪ੍ਰਾਪਤੀਆਂ ਕਰਨੀਆਂ ਨੇ ਤੇ ਗੁੱਸੇ ਤੇ ਜਿਹੜਾ ਹੈ ਉਹ ਕੰਟਰੋਲ ਕੀਤਾ ਜਾਵੇ ਔਰ ਸੋਚਿਆ ਜਾਵੇ। ਜਦੋਂ ਵੀ ਸਾਨੂੰ ਗੁੱਸਾ ਆਉਂਦਾ ਅਸੀਂ ਵਿਚਾਰ ਕਰੀਏ ਇਹ ਗੁੱਸਾ ਮੈਨੂੰ ਕਿਉਂ ਆਇਆ, ਔਰ ਫਿਰ ਉਸ ਸਮੱਸਿਆ ਦੇ ਹੱਲ ਬਾਰੇ ਸੋਚਿਆ ਜਾਵੇ ਕਿ ਉਹ ਗੁੱਸਾ ਜਿਹੜਾ ਹੈ ਉਹ ਕੰਟਰੋਲ ਹੋ ਜਾਂਦਾ ਹੈ। ਇਸ ਵਾਸਤੇ ਕੋਈ ਦਿਨ ਚੁਣ ਲਿਆ ਜਾਵੇ, ਮੈਂ ਇਸ ਦਿਨ ਗੁੱਸਾ ਨਹੀਂ ਕਰਨਾ। ਕੋਈ ਮਨੁੱਖ ਚੁਣ ਲਿਆ ਜਾਵੇ ਕਿ ਮੈਂ ਇਸ ਮਨੁੱਖ ਤੇ ਗੁੱਸਾ ਨਹੀਂ ਕਰਨਾ। ਔਰ ਜਿੰਨਾ ਆਪਣੇ ਸਤਿਗੁਰੂ ਵੱਲ ਧਿਆਨ ਰੱਖਿਆ ਜਾਵੇ, ਧਰਮ ਵਾਲੇ ਪਾਸੇ ਧਿਆਨ ਰੱਖਿਆ ਜਾਵੇ, ਜੇ ਦਇਆ ਮਨ ਦੇ ਵਿੱਚ ਪੈਦਾ ਕਰਨ ਵਾਲੇ ਪਾਸੇ ਰੁਝਾਨ ਰੱਖਿਆ ਜਾਵੇ, ਖਿਮਾ ਦੀ ਭਾਵਨਾ ਅੰਦਰ ਆ ਜਾਵੇ, ਤੇ ਫਿਰ ਗੁੱਸੇ ਤੇ ਕੰਟਰੋਲ ਹੋ ਸਕਦਾ ਹੈ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ, ਖਿਮਾ ਦਾ ਜਾਚਕ ਹਾਂ। ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਮੈਂ ਆਸ ਕਰਦਾ ਕਿ ਜ਼ਰੂਰ ਹੀ ਤੁਸੀਂ ਮੇਰੀਆਂ ਗਲਤੀਆਂ ਨੂੰ, ਮੇਰੀਆਂ ਭੁੱਲਾਂ ਸਮਝ ਕੇ ਮੈਨੂੰ ਮਾਫ ਕਰ ਦਿਓਗੇ। ਜੇ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਉਹ ਜ਼ਰੂਰ ਤੁਸੀਂ ਸਤਿਗੁਰੂ ਜੀ ਦੀਆਂ ਸਮਝ ਕੇ, ਮਹਾਂਪੁਰਖਾਂ ਦੀਆਂ ਸਮਝ ਕੇ, ਅਕਾਲ ਪੁਰਖ ਦੀਆਂ ਸਮਝ ਕੇ ਉਸ ਨੂੰ ਪ੍ਰਵਾਨ ਕਰਨ ਦਾ ਯਤਨ ਕਰੋਗੇ। ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਸੰਤ ਜੀ ਨੇ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਤੱਕ ਇਨਸਾਨ ਦਾ ਖੁਦ ਦਾ ਕਰੈਕਟਰ, ਜਾਂ ਮੈਂ ਕਹਿ ਲਵਾਂ ਜਿਹੜੇ ਔਗਣ ਨਾਲ, ਜਿਹੜੇ ਵਿਕਾਰ ਨਾਲ ਬੰਦਾ ਖੁਦ ਲੜ ਰਿਹਾ ਹੋਏ, ਉਹਦੇ ਬਾਰੇ ਉਹ ਕਿਵੇਂ ਬਿਆਨ ਕਰ ਸਕਦਾ, ਕਿਵੇਂ ਬੋਲ ਸਕਦਾ, ਉਹ ਅੰਦਰੋਂ ਦੀ ਗੱਲ ਨਿਕਲ ਕੇ ਆ ਹੀ ਨਹੀਂ ਸਕਦੀ। ਸੋ ਮੈਂ ਤੇ ਗੁੱਸੇ ਬਾਰੇ ਇਤਨਾ ਜ਼ਿਆਦਾ ਨਹੀਂ ਕਹਿ ਸਕਦਾ, ਕਿਉਂਕਿ ਮੈਂ ਹਜੇ ਤੱਕ ਖੁਦ ਇਸ ਵਿਕਾਰ ਨਾਲ ਲੜ ਰਿਹਾ। ਪਰ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸੰਤ ਨਿਸ਼ਾਨ ਸਿੰਘ ਜੀ ਦਾ, ਜਿਨ੍ਹਾਂ ਨੇ ਸ਼ੁਰੂ ਕੀਤਾ ਐਂਗਰ ਦੇ ਜੋ ਸਾਡੀ ਬਾਡੀ ਦੇ ਉੱਪਰ ਬੈਡ ਇਫੈਕਟਸ ਨੇ, ਕਿ ਗੁੱਸਾ ਆਉਣ ਨਾਲ ਸਾਡੇ ਸਰੀਰ ਤੇ ਕੀ ਪ੍ਰਭਾਵ ਪੈਂਦਾ ਹੈ। ਫਿਰ ਦੱਸਿਆ ਗੁੱਸਾ ਆਉਣ ਨਾਲ ਸਾਡੇ ਮਨ ਤੇ ਕੀ ਬੁਰੇ ਪ੍ਰਭਾਵ ਨੇ। ਫਿਰ ਇਤਿਹਾਸ ਦੇ ਵਿੱਚੋਂ ਐਗਜ਼ਾਮਪਲ ਲਏ, ਪੁਰਾਤਨ ਸਾਖੀਆਂ ਦੇ ਵਿੱਚੋਂ ਫਕੀਰਾਂ ਦੀਆਂ, ਸਾਧੂਆਂ ਸੰਤਾਂ ਦੀਆਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ ਸਾਨੂੰ। ਔਰ ਉਸ ਤੋਂ ਬਾਅਦ ਇੱਥੇ ਹੀ ਗੱਲ ਖਤਮ ਨਹੀਂ ਕੀਤੀ, ਸਾਨੂੰ ਇਹ ਵੀ ਦੱਸਿਆ ਕਿ ਗੁੱਸੇ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ, ਅਸੀਂ ਗੁੱਸੇ ਨੂੰ ਇੰਪਰੂਵ ਕਿਵੇਂ ਕਰ ਸਕਦੇ ਹਾਂ, ਕੀ ਕੀ ਤਰੀਕੇ ਹੋ ਸਕਦੇ ਨੇ ਗੁੱਸੇ ਨਾਲ ਲੜਨ ਦੇ। ਅੱਜ ਬੱਚਿਓ, ਤੇ ਮੈਂ ਆਪਣੇ ਆਪ ਨੂੰ ਵੀ, ਟੀਚਰਸ ਅਸੀਂ ਇੱਥੇ ਹਾਂ, ਮੈਂ ਆਪਣੇ ਆਪ ਨੂੰ ਵੀ ਵਿੱਚੇ ਲੈਣਾ ਚਾਹਾਂਗਾ। ਬੇਸ਼ੱਕ ਅਸੀਂ
ਦੁਨਿਆਵੀ ਪੱਧਰ ਤੇ ਕਿੰਨੇ ਵੀ ਕਾਮਯਾਬ ਹੋ ਜਾਈਏ, ਕਿਤੇ ਵੀ ਪਹੁੰਚ ਜਾਈਏ, ਕਿੰਨੇ ਵੀ ਵੱਡੇ ਅਹੁਦੇ ਤੇ ਪਹੁੰਚੀਏ, ਕਿੰਨੇ ਵੀ ਚੰਗੇ ਪ੍ਰੋਫੈਸ਼ਨ 'ਚ ਹੋਈਏ, ਪਰ ਜੇ ਸਾਡਾ ਖੁਦ ਦੇ ਕਰੈਕਟਰ ਦੇ ਵਿੱਚ, ਸਾਡੇ ਖੁਦ ਦੀ ਡੇਲੀ ਲਾਈਫ ਐਕਸਪੀਰੀਅੰਸ ਦੇ ਵਿੱਚ ਇਦਾਂ ਦੀਆਂ ਕਮੀਆਂ ਨੇ, ਫਿਰ ਅਸੀਂ ਆਪਣੇ ਆਪ ਨੂੰ ਕਿਵੇਂ ਸੁਖੀ ਰੱਖ ਸਕਦੇ ਹਾਂ, ਕਿਵੇਂ ਸਹਿਜ ਵਿੱਚ ਰੱਖ ਸਕਦੇ ਹਾਂ, ਜਾਂ ਕਿਵੇਂ ਆਨੰਦ 'ਚ ਰਹਿ ਸਕਦੇ ਹਾਂ। ਇਸ ਸੰਤ ਜੀ ਨੇ ਸਾਨੂੰ ਬੜੇ ਚੰਗੇ ਤਰੀਕੇ ਨਾਲ ਸਮਝਾਇਆ, ਔਰ ਗੁਰਬਾਣੀ ਦੇ ਪ੍ਰਮਾਣ ਦਿੰਦਿਆਂ ਹੋਇਆਂ ਸਾਨੂੰ ਹਰੇਕ ਗੱਲ ਬੜੀ ਬਰੀਕੀ ਨਾਲ ਸਮਝਾਈ ਕਿ ਗੁੱਸਾ ਸਾਰੇ ਵਿਕਾਰਾਂ ਦੀ ਜੜ ਵੀ ਇਹੀ ਹੈ। ਕਿਉਂ? ਕਿਉਂਕਿ ਗੁੱਸਾ ਆਉਂਦਾ ਹੀ ਤਾਂ ਹੀ ਹੈ ਜਦੋਂ ਸਿਚੁਏਸ਼ਨ, ਸਰਕਮਸਟਾਂਸਿਸ, ਹਾਲਾਤ ਮੇਰੇ ਅਕੋਰਡਿੰਗ ਨਹੀਂ ਹੁੰਦੇ। ਮੈਂ ਚਾਹੁੰਦਾ ਕਿ ਮੇਰੇ ਅਕੋਰਡਿੰਗ ਹੋਏ ਸਾਰਾ ਕੁਝ, ਤੇ ਜਦੋਂ ਵੀ ਕੁਝ ਵੀ ਮੇਰੇ ਅਕੋਰਡਿੰਗ ਨਹੀਂ ਹੁੰਦਾ ਮੈਨੂੰ ਗੁੱਸਾ ਆਉਂਦਾ। ਮੈਂ ਆਪਣੇ ਤੁੱਛ ਬੁੱਧੀ ਮੁਤਾਬਕ ਇੰਨੀ ਕੁ ਗੱਲ ਸਾਰੇ ਬੱਚਿਆਂ ਨੂੰ ਸਪੈਸ਼ਲੀ ਕਹਿਣਾ ਚਾਹਾਂਗਾ, ਗੁੱਸਾ ਆਉਣਾ, ਜਿਵੇਂ ਸੰਤ ਜੀ ਨੇ ਦੱਸਿਆ, ਬਹੁਤੇ ਲੋਕ ਇਹ ਕਹਿੰਦੇ ਆ ਕਿ ਜਿਵੇਂ ਗੁੱਸਾ ਆਉਣਾ ਸੁਭਾਵਿਕ ਹੈ। ਅਸੀਂ ਗੁੱਸੇ ਆਉਣ ਤੇ, ਇੱਕ ਗੁੱਸਾ ਆਉਣਾ ਇੱਕ ਐਕਸ਼ਨ ਹੈ, ਅਸੀਂ ਉਹਦੇ ਰਿਐਕਸ਼ਨਸ ਦੇਖੀਏ ਕਿ ਅਸੀਂ ਉਸ ਗੁੱਸੇ ਤੇ ਰਿਐਕਸ਼ਨ ਕੀ ਦੇ ਰਹੇ ਹਾਂ। ਜਿਵੇਂ ਕਿ ਫੋਰ ਐਗਜ਼ਾਮਪਲ, ਮੇਰੀ ਕਿਸੇ ਗਲਤੀ ਤੇ ਮੇਰੇ ਮਾਪੇ ਨੇ ਮੈਨੂੰ ਝਿੜਕਿਆ, ਮੈਨੂੰ ਡਾਂਟਿਆ। ਅਗਰ ਮੇਰੇ ਜੈਸਾ ਨਾਲਾਇਕ ਬੱਚਾ ਹੋਏਗਾ ਤੇ ਉਹ ਆਪਣੇ ਮਾਤਾ ਪਿਤਾ ਦੀ ਗੱਲ ਦਾ ਗੁੱਸਾ ਕਰਕੇ ਉਹਨਾਂ ਨੂੰ ਗਲਤ ਬੋਲੇਗਾ ਇਕੱਲੇ 'ਚ, ਜਾਂ ਆਪਣੇ ਫਰੈਂਡ ਨਾਲ ਡਿਸਕਸ ਕਰੇਗਾ ਕਿ ਯਾਰ ਮੇਰੇ ਮੰਮੀ ਪਾਪਾ ਇਦਾਂ ਇਦਾਂ ਇਦਾਂ। ਪਰ ਜੇ ਕੋਈ ਚੰਗਾ ਬੱਚਾ ਹੋਏਗਾ, ਗੁੱਸਾ ਉਹ ਵੀ ਕਰ ਦੇਗਾ, ਲੇਕਿਨ ਗੁੱਸੇ ਦਾ ਰਿਐਕਸ਼ਨ ਕੀ ਦੇਗਾ ਕਿ ਮੈਂ ਅੱਜ ਤੋਂ ਬਾਅਦ ਇਹ ਮੌਕਾ ਨਹੀਂ ਆਣ ਦੇਵਾਂਗਾ ਕਿ ਮੇਰੇ ਮਾਤਾ ਪਿਤਾ ਨੂੰ ਜਾਂ ਮੇਰੇ ਟੀਚਰ ਨੂੰ ਮੈਨੂੰ ਗੁੱਸਾ ਕਰਨਾ ਪਵੇ। ਹੈ ਦੋਵੇਂ ਗੱਲਾਂ ਹੀ ਗੁੱਸਾ ਕਰਨ ਦੀਆਂ ਨੇ, ਪਰ ਗੁੱਸਾ ਕਰਨ ਦਾ ਤਰੀਕਾ ਅਲੱਗ-ਅਲੱਗ ਹੈ, ਬਿਲਕੁਲ ਅਲੱਗ-ਅਲੱਗ ਤਰੀਕਾ ਹੈ। ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸੰਤ ਨਿਸ਼ਾਨ ਸਿੰਘ ਜੀ ਦਾ, ਜਿਨ੍ਹਾਂ ਨੇ ਗੁਰਬਾਣੀ, ਇਤਿਹਾਸ, ਡੇਲੀ ਲਾਈਫ ਐਕਸਪੀਰੀਅੰਸ, ਹਰ ਇੱਕ ਚੀਜ਼ ਨੂੰ ਬੜੇ ਤਰੀਕੇ ਨਾਲ, ਬੜੇ ਸੁਚੱਜੇ ਢੰਗ ਨਾਲ ਪਿਰੋ ਕੇ ਸਾਨੂੰ ਸਮਝਾਇਆ, ਔਰ ਇਹ ਵੀ ਦੱਸਿਆ ਕਿ ਅਸੀਂ ਇਹਨੂੰ ਇੰਪਰੂਵ ਕਿਵੇਂ ਕਰ ਸਕਦੇ ਹਾਂ। ਸੋ ਕੱਲੀ ਕੱਲੀ ਪੰਕਤੀ ਨੂੰ ਨਾਲ ਲੈ ਕੇ ਜਾਈਏ। ਅੱਜ ਅਗਰ ਇੱਕ ਵੀ ਅੱਜ ਦਾ ਦਿਨ ਹੀ ਤੁਸੀਂ, ਅੱਜ ਅਸੀਂ ਇਹ ਸੈਮੀਨਾਰ ਅਟੈਂਡ ਕੀਤਾ, ਤੁਸੀਂ ਅੱਜ ਦਾ ਦਿਨ ਹੀ ਇੱਕ ਸਿਲੈਕਟ ਕਰ ਲਓ ਕਿ ਅੱਜ ਦਾ ਦਿਨ ਮੈਂ ਗੁੱਸਾ ਨਹੀਂ ਕਰਨਾ। ਦੇਖਦੇ ਹਾਂ ਸ਼ਾਮ ਤੱਕ ਸਾਡੇ ਚੋਂ ਕਿੰਨੇ ਜਣੇ ਜਿੱਤ ਪਾਉਂਦੇ ਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਮਨ 'ਚ ਗੁੱਸਾ ਲੈ ਕੇ ਨਹੀਂ ਆਉਣਾ। ਮੌਕੇ ਤੇ ਕਈ ਵਾਰੀ ਸਾਨੂੰ ਹੋ ਜਾਂਦਾ ਏਦਾਂ, ਜਿਉਂ-ਜਿਉਂ ਐਕਸਪੈਰੀਮੈਂਟ ਕਰਾਂਗੇ, ਪ੍ਰੈਕਟਿਸ ਕਰਾਂਗੇ, ਔਰ ਵੱਡਿਆਂ ਦੀਆਂ ਅਸੀਸਾਂ ਨਾਲ ਹੋਣਗੀਆਂ, ਸੰਤ ਜੀ ਵਰਗਿਆਂ ਦਾ ਸਾਨੂੰ ਸਾਥ ਮਿਲੇਗਾ, ਤੇ ਹੋ ਸਕਦਾ ਹੈ ਅਸੀਂ ਇੰਪਰੂਵ ਕਰ ਜਾਈਏ। ਪਰ ਮਨ 'ਚ ਇਹੀ ਵਸਾਈਏ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਾਮ ਕ੍ਰੋਧ ਕਾਇਆ ਕੋ ਗਲ ਹੈ, ਅਸੀਂ ਖਤਮ ਹੋ ਜਾਵਾਂਗੇ। ਸੋ ਮੈਂ ਤੇ ਇਤਨਾ ਨਹੀਂ ਜਾਣਦਾ। ਧੰਨਵਾਦੀ ਹਾਂ ਦੁਬਾਰਾ। ਔਰ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਇਸ ਆਨਲਾਈਨ ਸੈਮੀਨਾਰ ਦੀ ਵਜ੍ਹਾ ਤੋਂ ਨਾ ਤੇ ਅਸੀਂ ਸੰਤ ਜੀ ਦਾ ਕੋਈ ਪ੍ਰੋਪਰ ਸਤਿਕਾਰ ਕਰ ਸਕਦੇ ਹਾਂ, ਨਾ ਉਹਨਾਂ ਨੂੰ ਉਹ ਆਦਰ ਸਤਿਕਾਰ ਦੇ ਸਕੇ ਹਾਂ। ਪਰ ਫਿਰ ਵੀ ਉਮੀਦ ਕਰਾਂਗੇ ਇਨ ਫਿਊਚਰ ਜਦੋਂ ਸਕੂਲਸ ਖੁੱਲਣਗੇ, ਸਾਨੂੰ ਮੌਕਾ ਮਿਲੇਗਾ, ਅਸੀਂ ਸੰਤ ਜੀ ਦਾ ਤਹਿ ਦਿਲੋਂ ਸਵਾਗਤ ਕਰ ਸਕਾਂਗੇ ਔਰ ਉਹਨਾਂ ਦਾ ਆਦਰ ਸਤਿਕਾਰ ਕਰ ਸਕਾਂਗੇ। ਇੰਨੇ ਹੀ ਸ਼ਬਦਾਂ ਨਾਲ ਮੈਂ ਸਾਰੇ ਟੀਚਰਸ ਦਾ ਔਰ ਬੱਚਿਆਂ ਦਾ ਥੈਂਕਸ ਕਰਦਾ, ਔਰ ਸਭ ਤੋਂ ਵੱਧ ਥੈਂਕਸ ਹੈ ਸੰਤ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਪਾਲ ਸਰ, ਥੈਂਕ ਯੂ। ਹਾਂ ਸਰ ਜੀ, ਹੁਣ ਆਪਾਂ ਸੰਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰਾਂ ਦੇ ਨਾਲ ਬੱਚਿਆਂ ਨੂੰ ਸਮਝਾਇਆ, ਸਾਨੂੰ ਸਾਰਿਆਂ ਨੂੰ ਸਮਝਾਇਆ। ਉਹਨਾਂ ਦਾ ਕੋਟਾਨ ਕੋਟ ਧੰਨਵਾਦ। ਸੋ ਸਾਰੇ ਬੱਚਿਆਂ ਦਾ, ਟੀਚਰਸ ਦਾ ਵੀ ਬਹੁਤ ਬਹੁਤ ਧੰਨਵਾਦ। ਵਾਈਸ ਪ੍ਰਿੰਸੀਪਲ ਸਰ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਸਾਰੇ ਇਸ ਕਲਾਸ ਨੂੰ ਖਤਮ ਕਰੀਏ ਅਤੇ ਨੈਕਸਟ ਕਲਾਸ ਜਿਹੜੀ ਉਹਦੇ ਵਾਸਤੇ ਆਪਾਂ ਰੈਡੀ ਹੋ ਜਾਈਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਲੀਵ ਕਰ ਸਕਦੇ ਨੇ ਜੀ ਹੁਣ। ਸਤਿ ਸ਼੍ਰੀ ਅਕਾਲ।